देश दुनिया च बसते पंजाबियों ਨੂੰ जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट हरजीत भास्कर जी और इंद्रप्रीत जी। मैं जी आया आखदा। बहुत बहुत शुक्रिया रंधावा जी। साਰਿਆਂ ਨੂੰ सत श्री अकाल जी। मौसम कादा बदलिया, सियासी शरीकेबाजियां भी बदल गई। ਜਿਹੜਾ रफड़ सरकार ते कांग्रेसियां च सीगा ਇਹ शिफ्ट लै गया। ਹੁਣ सरकार ते अकालियां दे विच सिद्धा सिद्धा विरोध खड़ा हो गया। ਤੁਹਾਨੂੰ याद होना कि हरसिमरत कौर बादल ने पार्लीमेंट ਦੇ ਵਿੱਚ ਹੁੱਬ ਕੇ ਕਿਹਾ ਸੀਗਾ ਦਿੱਲੀ ਦੇ ਵਿੱਚ ਐਕਸਾਈਜ਼ ਨੀਤੀ ਦੀ ਐਕਸਾਈਜ਼ ਪਾਲਿਸੀ ਦੀ ਜਾਂਚ ਕਰਾਈ ਜਾਂਦੇ ਹੋ, ਪੰਜਾਬ ਵਾਲੇ ਪਾਸੇ ਕਿਉਂ ਨਹੀਂ ਮੂੰਹ ਕਰਦੇ? ਉੱਥੇ ਵੀ ਤੇ ਇਹੀ ਲਾਗੂ ਹੋਈ ਹੈ। ਕਿੰਨੇ ਘਪਲੇ ਨੇ। ਉਹਨਾਂ ਕਿਹਾ ਸੀ ਲਿਖ ਕੇ ਭੇਜੋ, ਇਹਨਾਂ ਲਿਖ ਕੇ ਭੇਜਤਾ। ਸੰਮਨ ਆ ਗਏ ਨੇ ਐਕਸਾਈਜ਼ ਵਾਲਿਆਂ ਨੂੰ। ਕਿਸ ਮਾਮਲੇ 'ਚ ਆਏ ਨੇ ਔਰ ਕਿਉਂ ਆਏ ਨੇ, ਕਿਹਨਾਂ ਨੂੰ ਆਏ ਨੇ, ਇਹ ਸਵਾਲ ਬੜਾ ਅਹਿਮ ਆ। ਸਰਕਾਰ, ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਔਰ ਐਕਸਾਈਜ਼ ਮਹਿਕਮਾ ਅੰਡਰ ਸਕੈਨਰ ਆ, CBI ਪੁੱਛਗਿੱਛ ਕਰੇਗੀ। ਔਰ ਇਹ ਸਵਾਲ ਕਿਹੜੀ ਦਿਸ਼ਾ ਨੂੰ ਜਾਊਗਾ? ਸਿਆਸੀ ਘੇਰਿਆਂ 'ਚ, ਸਿਆਸੀ ਗਲਿਆਰਿਆਂ 'ਚ, ਅਫਸਰਸ਼ਾਹੀ ਦੇ ਵਿੱਚ ਇਹ ਕਾਫੀ ਗੱਲ ਹੋ ਰਹੀ ਆ। ਇੱਥੇ ਜਾਂਦੇ ਆ। ਦੂਜਾ ਸਵਾਲ, ਕੀ ਰਾਣਾ ਗੁਰਮੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ ਵਾਪਸ ਕਾਂਗਰਸ ਵਿੱਚ ਆ ਰਹੇ ਨੇ? ਕੀ ਉਹ BJP ਨੂੰ ਛੱਡ ਕੇ ਇੱਕ ਵਾਰੀ ਫਿਰ ਕਾਂਗਰਸ ਦਾ ਦਾਮਨ ਥਾਮ ਲੈਣਗੇ? ਇੱਕ ਵਾਰੀ ਫਿਰ ਉਹ ਵਾਪਸ ਉਹਨਾਂ ਸਫਾਂ 'ਚ ਪਰਤ ਆਉਣਗੇ? ਫਿਰ ਉਹਨਾਂ ਸਫਾਂ 'ਚ ਉਨੀ ਪ੍ਰਵਾਨਗੀ ਹੋਊਗੀ ਕਿ ਨਹੀਂ? ਤੀਜਾ ਸਵਾਲ, ਕੌਣ ਹੋਣਗੇ ਅਗਲੇ ਮੁੱਖ ਸੂਚਨਾ ਕਮਿਸ਼ਨਰ? ਪੰਜਾਬ ਦੇ ਸਾਬਕਾ ਮੁੱਖ ਸਕੱਤਰ, ਸਾਬਕਾ ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ, ਜਾਂ ਪੰਜਾਬ ਦੇ ਸਾਬਕਾ ਐਡੀਸ਼ਨਲ ਚੀਫ ਸੈਕਟਰੀ ਵੇਨੂ ਪ੍ਰਸ਼ਾਦ, ਜਿਹੜੇ ਕਿ ਮੁੱਖ ਮੰਤਰੀ ਦੀ ਅੱਖਾਂ ਦਾ ਤਾਰਾ ਸੀਗੇ? ਦੋਨਾਂ ਚੋਂ ਕੌਣ ਹੋਵੇਗਾ? ਇਹ ਸਵਾਲ ਵੀ ਅੱਗੇ ਵਧਾਉਂਦੇ ਆ। ਚੌਥਾ ਸਵਾਲ, ਕੀ ਗਵਰਨਰ ਸਾਹਿਬ ਇੱਕ ਵਾਰੀ ਫਿਰ ਪੰਜਾਬ ਸਰਕਾਰ ਨੂੰ ਉਲਝਣ 'ਚ ਪਾ ਦੇਣਗੇ? ਜਦੋਂ ਉਹ ਇਸ ਵਾਰੀ ਬਾਰਡਰ ਏਰੀਆਜ਼ ਦੇ ਵਿੱਚ ਜਾਣਗੇ ਤਾਂ ਕੀ ਉਹ ਸਰਕਾਰ ਨੂੰ ਨਵੇਂ ਸਵਾਲਾਂ ਦੇ ਰੂਬਰੂ ਖੜਾ ਕਰ ਦੇਣਗੇ, ਜਾਂ ਫਿਰ ਉਹ ਸਰਕਾਰ ਦਾ ਮੁਖੀਆ ਹੋਣ ਦੇ ਨਾਤੇ ਸਰਕਾਰ ਨੂੰ ਰਿਪਰੈਜ਼ੈਂਟ ਕਰਨਗੇ? ਪੰਜਵਾਂ ਸਵਾਲ, ਸੋਨੀਆ ਗਾਂਧੀ ਤੇ ਖੜਗੇ ਸੱਦੇ ਨਹੀਂ ਗਏ। ਕਈ ਮੁੱਖ ਮੰਤਰੀਆਂ ਦੇ ਐਬਸੈਂਟ ਰਹਿਣ ਦੀ ਸੰਭਾਵਨਾ ਹੈ। ਮਾਮਲਾ ਰਾਤ ਦੇ ਖਾਣੇ ਦਾ ਹੈ। ਦੇਸ਼ ਦੇ ਰਾਸ਼ਟਰਪਤੀ ਨੇ ਦੇਣਾ ਹੈ। ਲੜਾਈ ਤਗੜੀ ਵੱਧ ਗਈ ਅੱਗੇ ਨੈਸ਼ਨਲ ਲੈਵਲ ਤੇ। ਇੱਕ ਪਾਸੇ ਜਿੱਥੇ ਦੇਸ਼ ਮੇਜ਼ਬਾਨ ਹੈ ਵੱਡੇ ਦੇਸ਼ਾਂ ਦਾ, ਦੂਜੇ ਬੰਨੇ ਦੇਸ਼ ਦੀ ਸਿਆਸਤ ਇੱਕ ਦੂਜੇ ਦੇ ਆਮਣੇ ਸਾਹਮਣੇ ਖੜੀ ਆ। ਮਾਹੌਲ ਤਲਖ ਹੈ, ਮਾਹੌਲ ਗਰਮ ਹੈ, ਸਿਆਸਤ ਗਰਮਾਈ ਹੋਈ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਮੈਂ ਸਮਝਣ ਦਾ ਯਤਨ ਕਰੂੰਗਾ ਕਿ ਆਖਰ CBI ਨੇ ਐਕਸਾਈਜ਼ ਅਧਿਕਾਰੀਆਂ ਨੂੰ ਸੰਮਨ ਕਿਉਂ ਕੀਤਾ? ਕੀ ਮਾਮਲਾ ਲੱਗਦਾ ਮੁੱਢਲੇ ਦੌਰ ਦੇ ਵਿੱਚ? ਕਿਉਂਕਿ ਸਿਸੋਦੀਆ, ਮਨੀਸ਼ ਸਿਸੋਦੀਆ ਅੰਦਰ ਨੇ, ਵਿਜੇ ਨਾਇਰ ਅੰਦਰ ਨੇ, ਬਹੁਤ ਸਾਰੇ ਹੋਰ ਲੋਕ ਜਿਨ੍ਹਾਂ ਨੂੰ ਜ਼ਮਾਨਤਾਂ ਨਹੀਂ ਮਿਲ ਰਹੀਆਂ। ਦਿੱਲੀ ਦੀ ਐਕਸਾਈਜ਼ ਨੀਤੀ ਅਜੇ ਵੀ ਜਾਂਚ ਦੇ ਘੇਰਿਆਂ 'ਚ। ਕੀ ਇਸ ਜਾਂਚ ਦਾ ਦਾਇਰਾ ਵੱਧਦਾ ਹੋਇਆ ਦੇਖ ਰਹੇ ਅਸੀਂ? ਸਾਰੇ ਸਵਾਲਾਂ ਨੂੰ ਇਕੱਠੇ ਕਰਿਓ। ਰੰਧਾਵਾ ਸਾਹਿਬ, ਜਿਹੜੀ ਖਬਰ ਅੱਜ ਨਸ਼ਰ ਹੋਈ ਹੈ, ਇਹ 'ਚ ਕਿਹਾ ਗਿਆ ਹੈ ਕਿ 10 ਐਕਸਾਈਜ਼ ਦੇ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਸੰਮਨ ਕਰ ਲਿਆ ਗਿਆ। ਹਾਲਾਂਕਿ ਕਿਸੇ ਦਾ ਵੀ ਨਾਂ ਨਹੀਂ ਲਿਖਿਆ ਗਿਆ, ਪਰ ਕਿਉਂਕਿ ਜੇ ਪਾਲਿਸੀ ਬਣਾਉਣ ਦੀ ਉਸ 'ਚ ਜਾਈਏ ਆਪਾਂ, ਤਾਂ ਨੈਚੁਰਲੀ ਹੈ ਕਿ ਤਾਂ ਫਿਰ ਵੱਡੇ ਅਧਿਕਾਰੀਆਂ ਨੂੰ ਹੀ ਸੰਮਨ ਕੀਤਾ ਜਾਏਗਾ, ਕਿਉਂਕਿ ਛੋਟੇ ਅਧਿਕਾਰੀਆਂ ਦਾ ਤਾਂ ਕੋਈ ਇਹਦੇ 'ਚ ਰੋਲ ਬਹੁਤਾ ਹੁੰਦਾ ਨਹੀਂ ਹੈ। ਬਟ ਦੂਜੇ ਜਿਹੜੀ ਪਾਸੇ ਜਿਹੜੀ ਡਿਪਾਰਟਮੈਂਟ ਦੇ ਸੋਰਸਿਸ ਹੈਗੀ ਹੈ, ਉਹ ਇਹ ਕਹਿ ਰਹੇ ਹੈ ਕਿ ਕਿਉਂਕਿ 11 ਤਰੀਕ ਨੂੰ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜੀ ਲੱਗੀ ਹੋਈ ਹੈ ਤੇ ਕਿਸੇ ਵੀ ਹਾਲਤ 'ਚ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਮਤਲਬ ਇਹ ਚਾਹੁੰਦੀ ਨਹੀਂ ਹੈ ਕਿ ਇਹਨਾਂ ਨੂੰ ਬਾਹਰ ਕੱਢਿਆ ਜਾਏ, ਮਤਲਬ ਇਹਨਾਂ ਨੂੰ ਜ਼ਮਾਨਤ ਮਿਲ ਸਕੇ। ਕਿਉਂਕਿ ਕੇਜਰੀਵਾਲ ਤੋਂ ਬਾਅਦ ਦਿੱਲੀ ਦੇ ਵਿੱਚ ਸਭ ਤੋਂ ਵੱਡੇ ਨੇਤਾ ਉਹਨਾਂ ਦੇ ਮਨੀਸ਼ ਸਿਸੋਦੀਆ ਹੀ ਨੇ, ਜਿਹੜੇ ਸਰਕਾਰ ਨੂੰ ਸੰਭਾਲਦੇ ਸੀ। ਹੁਣ ਉਹ ਜੇ ਬਾਹਰ ਆਉਂਦੇ ਹੈ ਤਾਂ ਨੈਚੁਰਲੀ ਹੈ ਕਿ ਅਰਵਿੰਦ ਕੇਜਰੀਵਾਲ ਥੋੜਾ ਜਿਹਾ ਫਿਰ ਪੋਲੀਟੀਕਲੀ ਫਿਰ ਫ੍ਰੀ ਹੋ ਜਾਂਦੇ ਹੈ ਤੇ ਉਹ ਕਿਉਂਕਿ 2024 ਦੀ ਇਲੈਕਸ਼ਨ ਹੈ, ਉਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਸਟੇਟਾਂ 'ਚ ਘੁੰਮਣਾ ਪੈਣਾ ਹੈ ਤੇ ਉਹ ਜਾਣ ਲਈ ਫਿਰ ਕਿਉਂਕਿ ਅਗਰ ਸਟੇਟ ਇੱਕ ਜ਼ਿੰਮੇਵਾਰ ਵਿਅਕਤੀ ਦੇ ਹੱਥ 'ਚ ਆ ਜਾਂਦੀ ਹੈ, ਜਿਵੇਂ ਮਨੀਸ਼ ਸਿਸੋਦੀਆ ਉਹਨਾਂ ਨਾਲ ਚਲਾਉਂਦੇ ਰਹੇ ਆ ਜਿਸ ਤਰ੍ਹਾਂ ਪਹਿਲਾਂ ਵੀ, ਤਾਂ ਫਿਰ ਜਿਹੜੇ ਅਰਵਿੰਦ ਕੇਜਰੀਵਾਲ ਹੈ ਉਹ ਘੁੰਮ ਫਿਰ ਸਕਦੇ ਆ। ਇਸੇ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਜਾਂਚ ਏਜੰਸੀਆਂ ਰਾਹੀਂ ਸੈਂਟਰ ਗਵਰਨਮੈਂਟ ਹੈ ਜਿਹੜੀ ਹੈ ਉਹ ਨਹੀਂ ਚਾਹੁੰਦੀ ਵੀ ਉਹ ਕਿਸੇ ਤਰ੍ਹਾਂ ਬਾਹਰ ਆਣ। ਤਾਂ ਕਿਹਾ ਇਹ ਜਾ ਰਿਹਾ ਹੈ ਵੀ ਜਿਹੜੇ ਥੱਲੜੇ ਲੈਵਲ ਦੇ ਨੇ, ETO ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ ਡਿਸਟ੍ਰਿਕਟ ਲੈਵਲ ਦੇ, ਉਹਨਾਂ ਬੰਦਿਆਂ ਤੋਂ ਵੀ ਪੁੱਛਤਾਛ ਕੀਤੀ ਜਾ ਰਹੀ ਵੀ ਕਿਤੋਂ ਕੋਈ ਕਲੂ ਮਿਲੇ ਕਿ ਇਹਨੂੰ ਇੰਪਲੀਮੈਂਟ ਕਿਵੇਂ ਕਰਨਾ ਸੀ। ਇਹ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਜਿਹੜੀ ਐਕਸਾਈਜ਼ ਪਾਲਿਸੀ ਹੈ, ਇਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਮਿਲ ਸਕੇ। ਤੇ ਉਹਦੇ ਵਿੱਚ ਹੀ ਇਹ ਗੱਲ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਆਪਾਂ ਇਹ ਦੱਸ ਕੇ ਕੋਰਟ ਨੂੰ ਕਿ ਜੀ ਹਜੇ ਜਾਂਚ ਬਹੁਤ ਅਧੂਰੀ ਹੈ, ਹਜੇ ਅਸੀਂ ਲੱਗੇ ਹੋਏ ਹਾਂ, ਥੱਲੇ ਤੱਕ ਜਾ ਰਹੇ ਹਾਂ, ਤਹਿ ਤੱਕ ਜਾ ਰਹੇ ਹਾਂ,
ਤੇ ਇਹਦੇ ਲਈ ਸਾਨੂੰ ਟਾਈਮ ਲੱਗੂਗਾ। ਇਸ ਕਰਕੇ ਇਹ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਆ, ਇਹਨਾਂ ਨੂੰ ਨਾ ਦਿੱਤੀ ਜਾਏ ਜ਼ਮਾਨਤ। ਇਸ ਕਰਕੇ ਉਹ ਜਿਹੜਾ ਇੱਕ ਜਿਹੜੀ ਤਿਆਰੀ ਹੁੰਦੀ ਹੈ ਉਸ ਨਜ਼ਰੀਏ ਤੋਂ ਜਿਹੜਾ ਹੈਗਾ ਇਹ ਸੰਮਨ ਕੀਤਾ ਗਿਆ। ਦੂਜਾ ਮਤਲਬ ਪੱਖ ਇਹ ਵੀ ਹੈਗਾ ਕਿ ਆਪਾਂ ਨੂੰ ਧਿਆਨ 'ਚ ਹੀ ਹੈ, ਜਦੋਂ ਲਾਸਟ ਸੈਸ਼ਨ ਹੋਇਆ ਸੀਗਾ ਉਹਦੇ 'ਚ ਬਠਿੰਡਾ ਦੀ ਜਿਹੜੀ ਸਾਂਸਦ ਹੈਗੀ ਆ ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਇਸ਼ੂ ਚੱਕਿਆ ਸੀਗਾ ਵੀ ਜਿਹੜੀ ਦਿੱਲੀ ਦੀ ਪਾਲਿਸੀ ਹੈਗੀ ਹੈ ਸੇਮ ਹੀ ਪਾਲਿਸੀ ਤਾਂ ਪੰਜਾਬ ਦੀ ਵੀ ਸੀਗੀ, ਤੇ ਪੰਜਾਬ ਦੇ ਜਿਹੜੇ ਅਫਸਰ ਨੇ ਜਾਂ ਪੰਜਾਬ ਦੇ ਜਿਹੜੇ ਪੋਲੀਟੀਸ਼ੀਅਨ ਨੇ ਜਾਂ ਪੰਜਾਬ ਦੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਕਿਉਂ ਛੱਡਿਆ ਗਿਆ? ਉਹਦੇ ਵਿੱਚ ਵੀ ਇਹ ਉਹਨਾਂ ਦੇ ਖਿਲਾਫ ਵੀ ਇੱਕ ਇਨਕੁਆਇਰੀ ਹੋਣੀ ਚਾਹੀਦੀ ਹੈ। ਇਸੇ ਦੀ ਪ੍ਰੌੜਤਾ ਬਾਅਦ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਵੀ ਕੀਤੀ ਸੀ। ਪਹਿਲਾਂ ਲਿਖਿਤ ਦੇ ਰੂਪ 'ਚ ਜਦੋਂ ਸੈਸ਼ਨ ਦੇ ਵਿੱਚ ਹੀ ਚੱਲਦੇ ਸੈਸ਼ਨ ਦੇ ਵਿੱਚ ਹੀ ਜਿਹੜੇ ਗ੍ਰਹਿ ਮੰਤਰੀ ਹੈਗੇ ਨੇ ਅਮਿਤ ਸ਼ਾਹ, ਉਹਨਾਂ ਨੇ ਕਿਹਾ ਸੀ ਵੀ ਤੁਸੀਂ ਸਾਨੂੰ ਲਿਖਤੀ ਰੂਪ 'ਚ ਦਿਓ ਇਹ ਸ਼ਿਕਾਇਤ, ਤਾਂ ਅਸੀਂ ਇਸ ਤੇ ਕਾਰਵਾਈ ਕਰਾਂਗੇ। ਉਹਨਾਂ ਨੇ ਦਿੱਤੀ ਵੀ। ਉਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਵੀ ਦਿੱਤੀ, ਜਿਹੜੇ ਭਾਜਪਾ ਦੇ ਸੀਨੀਅਰ ਨੇਤਾ ਨੇ ਇਸ ਟਾਈਮ, ਉਹਨਾਂ ਨੇ ਵੀ ਦਿੱਤੀ। ਸੋ ਇਹ ਦੋਨੋਂ ਪਾਸੋਂ ਗੇਮ ਚੱਲ ਰਹੀ ਹੈ, ਪੋਲੀਟੀਕਲੀ ਵੀ ਔਰ ਇਸ ਦੂਜੇ ਪਾਸੇ ਜਿਹੜਾ ਡਿਪਾਰਟਮੈਂਟਲ ਹੈ, ਦੋਨੋਂ ਪਾਸੇ ਫਸਾਉਣ ਦਾ ਯਤਨ ਹੈ ਕਿ ਕਿਵੇਂ ਇਸ ਨੂੰ ਹਜੇ ਮਨੀਸ਼ ਸਿਸੋਦੀਆ ਹੋਰਾਂ ਨੂੰ ਵੀ ਅੰਦਰ ਰੱਖਿਆ ਜਾਏ ਔਰ ਇਹਨਾਂ ਨੂੰ ਵੀ ਪਰੇਸ਼ਾਨ ਕਰਕੇ ਰੱਖਿਆ ਜਾਏ, ਆਮ ਆਦਮੀ ਪਾਰਟੀ ਨੂੰ ਸਟੇਟ ਦੇ। ਜੀ, ਮਨਜਿੰਦਰ ਸਿੰਘ ਸਿਰਸਾ ਨੇ ਬਹੁਤ ਸ਼ੁਰੂ ਦੇ ਵਿੱਚ, ਜਦੋਂ ਪੰਜਾਬ ਦੇ ਵਿੱਚ ਅਜੇ ਇਸ ਸੰਬੰਧੀ ਨੀਤੀ ਬਣ ਰਹੀ ਸੀਗੀ ਔਰ ਸਾਰੀ ਪ੍ਰਕਿਰਿਆ ਠੇਕਿਆਂ ਦੀ ਨਿਲਾਮੀ ਦੀ ਜਾਂ ਬਾਕੀ ਟੈਂਡਰ ਪ੍ਰਕਿਰਿਆ ਸ਼ੁਰੂ ਹੋਣੀ ਸੀ, ਉਸ ਤੋਂ ਪਹਿਲਾਂ ਹੀ ਲਿਖਤੀ ਸ਼ਿਕਾਇਤ ਦਿੱਤੀ ਸੀਗੀ ਔਰ ਉਸ ਤੋਂ ਬਾਅਦ ਵੀ ਦਿੱਤੀ। ਉਹਨਾਂ ਨੇ CBI ਤੇ ED ਦੋਨਾਂ ਨੂੰ ਇਹ ਜਾਂਚ ਦਿੱਤੀ ਸੀਗੀ। ਹੁਣ ਸਵਾਲ ਇਸ ਗੱਲ ਦਾ ਹੈ ਕਿ ਕੀ ਜਦੋਂ ਸ਼ੁਰੂ ਦੇ ਵਿੱਚ ਪੰਜਾਬ ਦੇ ਵੱਡੇ ਅਧਿਕਾਰੀਆਂ ਨੂੰ, ਜਿਨ੍ਹਾਂ ਦੇ ਵਿੱਚ ਕੈਪਸਨਾ ਸੀਗੇ, ਜਿਨ੍ਹਾਂ ਦੇ ਵਿੱਚ ਵਰਨ ਰੋਜਮ ਸੀਗੇ, ਨਰੇਸ਼ ਦੂਬੇ ਸੀਗੇ, ਉਹਨਾਂ ਨੂੰ ਤਲਬ ਕੀਤਾ ਗਿਆ ਸੀ, ਉਹਨਾਂ ਦੇ ਘਰੇ ਵੀ ਆਈ ਸੀਗੀ ਏਜੰਸੀ, ਉਸ ਤੋਂ ਬਾਅਦ ਇਹ ਮਾਮਲਾ ਠੱਪ ਹੋ ਕੇ ਰਹਿ ਜਾਂਦਾ। ਦੁਬਾਰਾ ਇਸ ਸ਼ਿਕਾਇਤ ਤੋਂ ਬਾਅਦ ਕੀ ਹੁਣ ਇਹ ਜਾਂਚ ਇਹਨਾਂ ਅਧਿਕਾਰੀਆਂ ਤੋਂ ਅੱਗੇ ਥੱਲੇ ਦੇ ਅਧਿਕਾਰੀਆਂ ਤੱਕ ਗਈ ਹੈ? ਕਿਉਂਕਿ ਜੇ ਇਹਦਾ ਇੱਕ ਐਂਗਲ ਇਹ ਵੀ ਹੈ ਕਿ ਕੀ ਵੱਡੇ ਅਧਿਕਾਰੀ, 3 ਵੱਡੇ ਪੱਧਰ ਦੇ ਅਧਿਕਾਰੀ ਪਹਿਲਾਂ ਹੀ ਆਪਣੇ ਸਵਾਲਾਂ ਦੇ ਜਵਾਬ ਦੇ ਚੁੱਕੇ ਆ, ਕੀ ਹੁਣ ਉਹਨਾਂ ਤੋਂ ਅੱਗੇ ਨੈਕਸਟ ਕੁਝ ਉਹ ਲੋਕ ਦਾਇਰੇ ਵਿੱਚ ਲਿਆਂਦੇ ਗਏ ਆ ਜਿਹੜੇ ਇਹਦੇ ਵਿੱਚ ਕੋਈ ਕਲੂ ਦੇ ਸਕਣ? ਇਹ ਸਵਾਲ ਹੈ। ਤੇ ਦੂਜਾ ਸਵਾਲ ਇਹ ਹੈ ਕਿ ਕੀ ਇਹ ਜਾਂਚ ਫਿਰ ਮੁੜ ਕੇ ਵੱਡੇ ਅਧਿਕਾਰੀਆਂ ਤੱਕ, ਕਿਉਂਕਿ ਮੋਟੇ ਤੌਰ ਤੇ ਮੰਨਿਆ ਜਾਂਦਾ ਸੀਗਾ ਕਿ ਜਿਹੜੇ ਅਧਿਕਾਰੀ ਦਿੱਲੀ ਦੇ ਵਿੱਚ ਹੋਣ ਵਾਲੀਆਂ ਵੱਖ-ਵੱਖ ਮੀਟਿੰਗਸ ਦਾ ਹਿੱਸਾ ਬਣੇ, ਉਹਨਾਂ ਨੂੰ ਪਹਿਲਾਂ ਗ੍ਰਿਲ ਕੀਤਾ ਜਾ ਚੁੱਕਾ ਹੈ। ਦੁਬਾਰਾ ਉਹਨਾਂ ਵਾਲੇ ਤੱਥ ਜਿਹੜੇ ਉਹਨਾਂ ਤੋਂ ਤਸਦੀਕ ਕਰਵਾਏ ਗਏ ਆ, ਥੱਲੇ ਦੇ ਅਧਿਕਾਰੀਆਂ ਨਾਲ ਇੱਕ ਵਾਰੀ ਪੁੱਛਗਿੱਛ ਤੋਂ ਬਾਅਦ ਕੀ ਦੁਬਾਰਾ ਉਹ ਸਾਰੀ ਪ੍ਰਕਿਰਿਆ ਫਿਰ ਅੱਗੇ ਵੱਧ ਸਕਦੀ ਹੈ? ਕੀ ਇਹਦੇ ਵਿੱਚ ਫੜੋ ਫੜਾਈਆਂ, ਇਹਦੇ ਵਿੱਚ ਅਰੈਸਟ ਵੀ ਹੋ ਸਕਦੀਆਂ ਨੇ? ਇਹ ਅਫਸਰਸ਼ਾਹੀ ਦੇ ਵਿੱਚ ਕਾਫੀ ਇਹਨੂੰ ਲੈ ਕੇ ਖੌਫ ਹੈ। ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਗੱਲ ਮੁੱਕੀ ਨਹੀਂ। ਸਿਆਸੀ ਤੌਰ ਤੇ ਸਕੋਰ ਸੈੱਟ ਕਰਨਾ ਇੱਕ ਚੀਜ਼ ਆ, ਲੇਕਿਨ ਜਦੋਂ ਕਿਧਰੇ ਕੋਈ ਬੇਨਿਯਮੀ ਪਾਈ ਜਾਵੇ, ਜਿਸ ਤਰੀਕੇ ਨਾਲ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਜ਼ਮਾਨਤਾਂ ਨਹੀਂ ਹੋ ਰਹੀਆਂ, ਕਿਸੇ ਨੂੰ ਵੀ ਜ਼ਮਾਨਤ ਦੇ ਨਜ਼ਰੀਏ ਤੋਂ ਕੋਈ ਬਹੁਤੀ ਰਾਹਤ ਨਹੀਂ ਮਿਲੀ, ਤੁਸੀਂ ਠੀਕ ਕਹਿ ਰਹੇ ਹੋ, ਪਰ ਪੰਜਾਬ ਅੰਡਰ ਸਕੈਨਰ ਹੈ। ਭਾਸਕਰ ਸਾਹਿਬ, ਇਹਦੇ ਤੇ ਇੱਕ ਬਹੁਤ ਛੋਟੀ ਜਿਹੀ ਟਿੱਪਣੀ ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ, ਫਿਰ ਅਸੀਂ ਚੱਲਦੇ ਹਾਂ ਕਾਂਗਰਸੀਆਂ ਤੇ। ਜਿੱਥੇ ਤੱਕ ਗੱਲ CBI ਦੇ 10 ਐਕਸਾਈਜ਼ ਅਫੀਸ਼ੀਅਲਸ ਨੂੰ ਸੰਮਨ ਕਰਨ ਦੀ ਗੱਲ, ਇਹ ਸੋਮਵਾਰ ਤੇ ਮੰਗਲਵਾਰ ਦੇ ਸੰਮਨ ਹੈਗੇ ਨੇ। ਤੁਸੀਂ ਇਹ ਦੇਖੋ ਕਿ ਇਸ ਤੋਂ ਪਹਿਲੇ ED ਦੀ ਐਂਟਰੀ ਹੋਈ ਸੀ ਐਕਸਾਈਜ਼ ਦੇ ਮਾਮਲੇ ਦੇ ਵਿੱਚ, ਜਦ ਪੰਜਾਬ ਦੇ ਕੁਝ ਅਫਸਰਾਂ ਨੂੰ ਗ੍ਰਿਲ ਕੀਤਾ ਗਿਆ ਸੀਗਾ। ਉਸ ਤੋਂ ਬਾਅਦ CBI ਨੇ ਕੋਈ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਔਰ ED ਨੇ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ। ED ਤੋਂ ਬਾਅਦ CBI ਦੀ ਐਂਟਰੀ, ਔਰ ਉਹ ਵੀ ਖਾਸ ਕਰਕੇ ਤਦ ਜਦ 9 ਸੂਬਿਆਂ ਦੀ ਗੱਲ ਚੱਲਦੀ ਹੈ ਕਿ ਜਿਨ੍ਹਾਂ ਨੇ CBI ਦੀ ਡਾਇਰੈਕਟ ਐਂਟਰੀ ਦੇ ਉੱਤੇ ਰੋਕ ਲਾਈ ਹੋਈ ਹੈ। ਉਸ ਤੋਂ ਬਾਵਜੂਦ ਵੀ CBI ਦਾ ਦਿੱਲੀ ਦੇ ਵਿੱਚ ਚੱਲਦੇ ਹੋਏ ਕੇਸ ਦੇ ਵਿੱਚ ਪੰਜਾਬ ਦੇ 10 ਅਫੀਸ਼ੀਅਲਸ ਨੂੰ ਸਮਨ ਕਰਨਾ, ਇਹ ਇੱਕ ਤਰੀਕੇ ਨਾਲ ਲਕੂਨਾ ਹੋ ਸਕਦਾ ਹੈ, ਕਿਉਂਕਿ ਚੱਲਦੇ ਹੋਏ ਕੇਸ ਦੇ ਵਿੱਚ ਸਮਨ ਕੀਤਾ ਜਾ ਸਕਦਾ ਹੋਏ ਔਰ CBI ਡਾਇਰੈਕਟ ਤੌਰ ਤੇ ਪੰਜਾਬ ਦੇ ਵਿੱਚ ਕਿਸੇ ਮਾਮਲੇ ਦੇ ਵਿੱਚ ਇੰਟਰਵਿਊ ਨਹੀਂ ਕਰ ਸਕਦੀ। ਹੁਣ ਇਸ ਤੋਂ ਬਾਅਦ ਜਿਸ ਤਰ੍ਹਾਂ ਦੀ ਗੱਲਾਂ ਨਿਕਲ ਕੇ ਆਈਆਂ ਕਿ ਮਨੀਸ਼ ਸਿਸੋਦੀਆ ਉਹਨਾਂ ਦੀ ਬੇਲ ਐਪਲੀਕੇਸ਼ਨ ਲੱਗੀ ਹੋਈ ਹੈ 11 ਤਰੀਕ ਨੂੰ, ਉਸ ਬੇਲ ਐਪਲੀਕੇਸ਼ਨ ਦੇ ਦੌਰਾਨ ਪੁਖਤਾ ਸਬੂਤ ਦੇ ਤੌਰ ਤੇ ਜਾਂ ਗਵਾਹਾਂ ਦੇ ਤੌਰ ਤੇ ਇਹਨਾਂ ਅਫਸਰਾਂ ਨੂੰ ਸੱਦਣਾ, ਉਹ ਆਪਣੇ ਆਪ ਵਿੱਚ ਜਿਸ ਮੁਹਿੰਮ ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ, ਉਹ ਮੁਹਿੰਮ ਦੀ ਤਰਫ ਹੀ ਇਹ ਅੱਖ ਲੱਗਦੀ ਹੈ। ਪੰਜਾਬ ਦੇ ਵਿੱਚ CBI ਸਿੱਧਾ ਨਹੀਂ ਆ ਸਕਦੀ, ਤੁਹਾਡਾ ਮੰਨਣਾ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹਨੂੰ ਨੋ ਕਿਹਾ ਹੋਇਆ ਕਿ ਨਹੀਂ, ਤੁਸੀਂ ਸਰਕਾਰ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਆ ਸਕਦੇ। ਸਰਕਾਰ ਤਾਂ ਪਰਮਿਸ਼ਨ ਦੇਊਗੀ ਨਹੀਂ ਆਪਣੇ ਖਿਲਾਫ। ਹੁਣ ਸਵਾਲ ਇਸ ਗੱਲ ਦਾ ਹੈ ਕਿ ਪਹਿਲਾਂ ਚੱਲਦੇ ਕੇਸ ਵਿੱਚ ਜੇਕਰ ਉਹਨਾਂ ਨੂੰ ਅੰਡਰ 160 CBI ਨੇ ਕਿਸੇ ਨੂੰ ਸੱਦਿਆ ਪੁੱਛਗਿੱਛ ਲਈ ਜਾਂ ਉਹਦੇ ਬਿਆਨ ਲੈਣੇ ਆ, ਤਾਂ ਇਹ ਪਹਿਲਾਂ ਚੱਲਦੇ ਕੇਸ ਦੇ ਦਰਮਿਆਨ 'ਚ ਹੀ ਹੈ।
ਹੁਣ ਇਹਦਾ ਦੂਜਾ ਐਂਗਲ ਜ਼ਿਆਦਾ ਖਤਰਨਾਕ ਹੈ, ਉਹ ਇਹ ਹੈ ਕਿ ਜੇ ਸਪੋਜ਼ ਇਹ ਸ਼ਾਮਲ ਕਰ ਲੈਂਦੀ ਹੈ ਸੀਬੀਆਈ ਅਧਿਕਾਰੀਆਂ ਨੂੰ ਜਾਂ ਕੁਝ ਲੋਕਾਂ ਨੂੰ ਪਹਿਲੇ ਕੇਸ ਦੇ ਵਿੱਚ ਹੀ, ਤਾਂ ਫਿਰ ਉਹਦੇ ਵਿੱਚ ਈਡੀ ਵੀ ਦਾਖਲ ਹੋ ਸਕਦੀ ਹੈ। ਸੋ ਅਗਲਾ ਮਾਮਲਾ ਜਿਹੜਾ ਜੇ ਈਡੀ ਕੋ ਚਲੇ ਜਾਂਦਾ ਹੈ ਤਾਂ ਇਹ ਹੋਰ ਖਤਰਨਾਕ ਹੋ ਜਾਊਗਾ। ਈਡੀ ਦੇ ਮਾਮਲਿਆਂ 'ਚ ਜ਼ਮਾਨਤਾਂ ਤੋਂ ਲੈ ਕੇ ਬਾਕੀ ਚੀਜ਼ਾਂ ਦੀ ਗੁੰਜਾਇਸ਼ ਬਹੁਤ ਘੱਟ ਜਾਂਦੀ। ਸੋ ਸਭ ਤੋਂ ਵੱਡਾ ਸਵਾਲ ਇਸ ਵੇਲੇ ਕਿ ਕੀ ਅਕਾਲੀ ਦਲ ਵੱਲੋਂ ਸੁੱਟਿਆ ਗਿਆ ਜਾਂ ਉਹਨਾਂ ਵੱਲੋਂ ਅਪਣਾਇਆ ਗਿਆ ਪੈਂਤੜਾ ਸਰਕਾਰ ਨੂੰ ਭਾਰੀ ਪਊਗਾ, ਔਰ ਇਹ ਇੱਥੇ ਟਕਰਾਅ ਨੂੰ ਵੀ ਵਧਾਊਗਾ ਕਿ ਇੱਥੇ ਜਿਹੜੀਆਂ ਪਹਿਲਾਂ ਚੱਲਦੀਆਂ ਜਾਂਚਾਂ ਜਾਂ ਜਿਹੜੇ ਮਾਮਲੇ ਉੱਠਦੇ ਰਹਿੰਦੇ ਅਕਾਲੀ ਸਰਕਾਰ ਵੇਲੇ ਦੇ, ਕੀ ਹੁਣ ਭਗਵੰਤ ਮਾਨ ਸਰਕਾਰ ਉਹਨਾਂ ਤੇ ਤਵੱਜੋ ਦੇਣੀ ਸ਼ੁਰੂ ਕਰੂਗੀ? ਸਿਆਸੀ ਰਾਈਵਲਰੀ, ਸਿਆਸੀ ਸ਼ਰੀਕੇਬਾਜ਼ੀ ਕੀ ਉਸ ਦਿਸ਼ਾ ਨੂੰ ਜਾਊਗੀ? ਇਹ ਸਵਾਲ ਬੜਾ ਅਹਿਮ ਹੋ ਗਿਆ, ਇਹਦੇ ਉੱਤੇ ਨਜ਼ਰ ਬਣੀ ਰਹੂਗੀ। ਸੋ ਭਾਸਕਰ ਸਾਹਿਬ, ਦੂਜੀ ਖਬਰ ਅਹਿਮ ਖਬਰ ਹੈ, ਇੱਥੋਂ ਦੀ ਸਿਆਸਤ ਦੀ ਖਬਰ ਹੈ। ਕਾਂਗਰਸ ਔਰ ਆਮ ਆਦਮੀ ਪਾਰਟੀ ਇਕੱਠੇ ਹੋ ਰਹੇ ਆ। ਇਹਦੇ ਵਿੱਚ ਉਹ ਲੋਕ ਜਿਹੜੇ ਕਾਂਗਰਸ ਛੱਡ ਕੇ ਚਲੇ ਗਏ ਸੀ ਇਸ ਡਰ ਤੋਂ ਕਿ ਉੱਪਰਲੀ ਸੱਤਾ ਨਾਲ ਸਾਂਝ ਪਾ ਲਓ, ਥੱਲੇ ਨੁਕਸਾਨ ਹੋਣੋਂ ਬਚ ਜਾਣਗੇ, ਜਾਂ ਥੱਲੇ ਜਿਹੜੀ ਜਿਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਸੀਗੀ, ਹੁਣ ਜੇਕਰ ਕੁਝ ਵਿਅਕਤੀਆਂ ਦਾ ਜ਼ਿਕਰ ਹੋ ਰਿਹਾ ਕਿ ਕਾਂਗਰਸ ਵਿੱਚੋਂ ਭਾਜਪਾ 'ਚ ਗਏ ਵਾਪਸ ਮੁੜੋਣਗੇ, ਇਸ ਰਣਨੀਤੀ ਨੂੰ ਕਿਵੇਂ ਦੇਖੀਏ? ਇਹ ਡਰ ਦੀ, ਖੌਫ ਦੀ ਰਣਨੀਤੀ, ਰਾਜਨੀਤੀ ਹੈ, ਜਾਂ ਸੱਚਮੁੱਚ ਕੋਈ ਉੱਥੇ ਵੀ ਸ਼ਰੀਕੇਬਾਜ਼ੀਆਂ ਦੀ ਚੱਲਦਿਆਂ ਹੋ ਰਿਹਾ? ਕਈ ਵਾਰ ਕੋਈ ਸਿਆਸੀ ਆਗੂ ਇੱਕ ਘਰ ਛੱਡ ਕੇ ਦੂਜੇ ਘਰ ਜਾਂਦਾ ਤੇ ਦੂਜੇ ਘਰ ਦੇ ਵਿੱਚ ਦਿਲ ਨਹੀਂ ਲੱਗਦਾ, ਇਹ ਖਬਰਾਂ ਬੜੀ ਆਮ ਹੈ। ਪਰ ਇੱਥੇ ਗੱਲ ਹੈਗੀ ਹੈ ਕਿ ਵੱਡੀ ਸੱਤਾ ਵਾਲੇ, ਯਾਨੀ ਕੇਂਦਰ ਦੇ ਵਿੱਚ ਸੱਤਾ ਵਾਲੀ ਪਾਰਟੀ ਦੇ ਵਿੱਚ 7 ਦੇ ਕਰੀਬ ਫਾਰਮਰ ਕਾਂਗਰਸ ਦੇ ਮਿਨਿਸਟਰ ਪੰਜਾਬ ਦੇ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਾਲ ਦੇ ਵਿੱਚ ਹੀ ਕਹੀਏ ਆਪਾਂ, ਜੁਆਇਨ ਕੀਤੀ ਸੀ ਬੀਜੇਪੀ, ਔਰ ਬੀਜੇਪੀ ਦੇ ਵਿੱਚ ਉਹਨਾਂ ਦਾ ਦਿਲ ਨਹੀਂ ਲੱਗ ਰਿਹਾ। ਇਹ ਵੀ ਗੱਲਾਂ ਸਾਹਮਣੇ ਆਈ ਸੀ। ਹੁਣ ਕਾਂਗਰਸ ਦੀ ਤਰਫੋਂ ਇਹ ਖਬਰ ਆਈ ਹੈ ਕਿ ਵੀ 7 ਵਿੱਚੋਂ ਘੱਟ ਤੋਂ ਘੱਟ 3 ਮੰਤਰੀ, ਆਪਾਂ ਪੂਰਬ ਮੰਤਰੀ ਕਵਾਂਗੇ, ਹੁਣ ਕਾਂਗਰਸੀਆਂ ਦੀ ਗੱਲ ਕਰਦੀ ਹੈ ਤਾਂ ਮੰਤਰੀ ਮੂੰਹ ਚੋਂ ਨਿਕਲ ਜਾਂਦਾ, ਪੂਰਬ ਮੰਤਰੀ ਹੈਗੇ ਨੇ, ਉਹ ਹੁਣ ਕਾਂਗਰਸ ਦੇ ਟੱਚ 'ਚ ਹੈਗੇ ਨੇ। ਔਰ ਇਹ ਗੱਲ ਨਿਕਲ ਕੇ ਆਈ, ਹਾਲਾਂਕਿ ਆਫੀਸ਼ੀਅਲੀ ਕਾਂਗਰਸ ਦੀ ਲੀਡਰਸ਼ਿਪ ਨੇ ਇਹ ਗੱਲ ਕਨਫਰਮ ਨਹੀਂ ਕੀਤੀ ਕਿ ਇਹ 3 ਮੰਤਰੀ, ਫਾਰਮਰ ਮੰਤਰੀ ਕੌਣ ਨੇ, ਪਰ ਕੁਝ ਗੱਲਾਂ ਸਰਸਰੀ ਤੌਰ ਤੇ ਅੱਗੇ ਤੁਰੀਆਂ, ਕੁਝ ਨਾਂ ਅੱਗੇ ਤੁਰੇ ਨੇ। ਫਿਰ ਦੁਬਾਰਾ ਅਸੀਂ ਕਹਿ ਰਹੇ ਹਾਂ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ 3 ਨਾਂ ਜਿਨ੍ਹਾਂ ਦਾ ਨਾਂ ਚੱਲ ਰਿਹਾ ਕਾਂਗਰਸ ਦੇ ਹੀ ਸਰਕਲ ਦੇ ਵਿੱਚ, ਉਹ ਹੁਣ ਛੇਤੀ ਕਾਂਗਰਸ ਮੁੜ ਜੁਆਇਨ ਕਰ ਸਕਦੇ ਨੇ। ਉਹਦੇ ਵਿੱਚੋਂ ਰਾਣਾ ਗੁਰਮੀਤ ਸੋਢੀ ਉਹਨਾਂ ਦਾ ਨਾਂ ਚੱਲਦਾ ਹੈ। ਉਹ ਰਾਣਾ ਗੁਰਮੀਤ ਸੋਢੀ ਉਹਨਾਂ ਦਾ ਨਾਂ ਕਿਉਂ ਚੱਲਦਾ ਹੈ, ਇਹ ਵੀ ਸਾਰੇ ਲੋਕ ਅੱਛੇ ਤਰੀਕੇ ਨਾਲ ਜਾਣਦੇ ਨੇ ਜਿਹੜੇ ਪੰਜਾਬ ਦੀ ਸਿਆਸਤ ਨੂੰ ਸਮਝਦੇ ਨੇ। ਸੁਨੀਲ ਜਾਖੜ ਜਿਹੜੇ ਬੀਜੇਪੀ ਦੇ ਪ੍ਰਧਾਨ ਲਾਏ ਗਏ ਨੇ, ਇਲਾਕਾ ਤਕਰੀਬਨ ਸੇਮ ਨੇ, ਬਾਰਡਰ ਏਰੀਆ ਹੀ ਹੈਗਾ ਉਹਨਾਂ ਦੀ ਸਿਆਸਤ ਦਾ ਵੀ ਤੇ ਔਰ ਸੁਨੀਲ ਜਾਖੜ ਉਹਨਾਂ ਦਾ ਵੀ। ਉਹ ਕਾਫੀ ਟਾਈਮ ਤੋਂ ਥੋੜਾ ਜਿਹਾ ਅਨਕੰਫਰਟੇਬਲ ਮਹਿਸੂਸ ਕਰ ਰਹੇ ਨੇ ਬੀਜੇਪੀ ਦੇ ਵਿੱਚ, ਤੇ ਉਹਨਾਂ ਦੀ ਵੀ ਇੱਕ ਚਰਚਾ ਚੱਲੀ ਹੈ। ਫਿਰ ਦੁਬਾਰਾ ਕਹਿ ਰਹੇ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਉਹੀ ਹੈਗੇ ਨੇ, ਪਰ ਉਹ ਹੁਣ ਕਾਂਗਰਸ ਮੁੜ ਜੁਆਇਨ ਕਰ ਸਕਦੇ ਨੇ, ਇਦਾਂ ਦੀ ਖਬਰਾਂ ਨਿਕਲ ਕੇ ਆ ਰਹੀ ਹੈ। ਦੂਜਾ ਨਾਂ ਚੱਲਦਾ ਹੈ ਬਲਬੀਰ ਸਿੱਧੂ ਉਹਨਾਂ ਦਾ, ਜਿਹੜੇ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਦੇ ਚੱਕਰ ਗਊਸ਼ਾਲਾ ਦੇ ਮਾਮਲੇ ਵਿੱਚ ਜਾਂ ਹੋਰ ਮਾਮਲਿਆਂ ਵਿੱਚ ਲਾ ਰਹੇ ਸੀਗੇ। ਉਹ ਵੀ ਸ਼ਾਇਦ ਉਹ ਕਾਂਗਰਸ ਦੇ ਵਿੱਚ ਮੁੜ ਵਾਪਸੀ ਕਰ ਸਕਦੇ ਨੇ, ਕਿਉਂਕਿ ਬੀਜੇਪੀ ਦੇ ਵਿੱਚ ਉਹਨਾਂ ਦਾ ਵੀ ਬਹੁਤਾ ਦਿਲ ਨਹੀਂ ਲੱਗਦਾ, ਕਿਉਂਕਿ ਉਹ ਦੂਜੇ ਟਾਈਪ ਦੇ ਸੈਕੰਡ ਜਾਂ ਥਰਡ ਰਿੰਗ ਦੇ ਲੀਡਰ ਉੱਥੇ ਜਾ ਕੇ ਬਣ ਗਏ ਨੇ। ਫਿਰ ਗੱਲ ਕਰੀਏ ਗੁਰਪ੍ਰੀਤ ਕਾਂਗੜ ਉਹਨਾਂ ਦੀ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਗੋਡੇ ਦਾ ਆਪਰੇਸ਼ਨ ਕਰਾਇਆ ਸੀਗਾ, ਔਰ ਵਿਜੀਲੈਂਸ ਜਾਣ ਦੇ ਵਿੱਚ ਉਹਨਾਂ ਨੇ ਕੁਝ ਇੱਕ ਤਰੀਕੇ ਨਾਲ ਇਹ ਰੀਜ਼ਨ ਦਿੱਤਾ ਸੀਗਾ ਕਿ ਮੇਰਾ ਆਪਰੇਸ਼ਨ ਹੋਇਆ, ਇਸ ਕਰਕੇ ਮੈਂ ਨਹੀਂ ਆ ਸਕਦਾ, ਔਰ ਬਾਅਦ ਚੋਂ ਇੱਕ ਵਿਆਹ ਚੱਲੇ ਸੀ ਬਾਹਰ, ਏਅਰਪੋਰਟ ਤੇ ਰੋਕ ਲਏ ਗਏ ਸੀ। ਉਹ ਵੀ ਕਹਿੰਦੇ ਨੇ ਕਿ ਕਾਂਗਰਸ ਦੇ ਵਿੱਚ ਉਹਨਾਂ ਦਾ ਮੁੜ ਦਿਲ ਆ ਗਿਆ ਤੇ ਹੋ ਸਕਦਾ ਆ ਜਾਣ। ਫਿਰ ਦੁਬਾਰਾ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਪੁਸ਼ਟੀ ਕੋਈ ਨਹੀਂ ਕਰਦੇ, ਲੇਕਿਨ ਇਹ ਖਬਰਾਂ ਹੁਣ ਕਾਂਗਰਸ ਦੇ ਸਰਕਲ ਤੋਂ ਹੀ ਨਿਕਲ ਕੇ ਆ ਰਹੀਆਂ ਕਿ ਕੁਝ ਕਾਂਗਰਸੀ ਜਿਹੜੇ ਛੱਡ ਕੇ, ਖਾਸ ਕਰਕੇ ਪੂਰਬ ਮੰਤਰੀ ਜਿਹੜੇ ਬੀਜੇਪੀ ਦੇ ਵਿੱਚ ਗਏ ਸੀ, ਉਹ ਹੁਣ ਮੁੜ ਕਾਂਗਰਸ ਜੁਆਇਨ ਕਰ ਸਕਦੇ ਨੇ। ਔਰ ਇਹ ਜਿਹੜੀ ਖਬਰ ਹੈਗੀ ਹੈ, ਇਹ ਜੁਆਇਨਿੰਗ ਹੈਗੀ ਹੈ, ਬੜੀ ਛੇਤੀ ਹੋ ਸਕਦੀ ਹੈ। ਔਰ ਉਸ ਤੋਂ ਬਾਅਦ ਜਿਹੜੇ ਹੋਰ ਪੂਰਬ ਮੰਤਰੀ ਹੈ, ਉਹਨਾਂ ਵਿੱਚੋਂ ਸੁੰਦਰ ਸ਼ਾਮ ਅਰੋੜਾ ਉਹਨਾਂ ਹੈਗੇ ਨੇ, ਜਾਂ ਫਿਰ ਜਿਹੜੇ ਵੇਰਕਾ ਸਾਹਿਬ ਹੈਗੇ ਨੇ, ਔਰ ਇਹਨਾਂ ਦੇ ਨਾਲ ਜਾਂ ਮਨਪ੍ਰੀਤ ਬਾਦਲ ਦੀ ਗੱਲ ਹੋਈ, ਇਹਨਾਂ ਦੇ ਨਾਂ ਫਿਲਹਾਲ ਅੱਗੇ ਨਹੀਂ ਨਿਕਲ ਕੇ ਆ ਰਹੇ, ਪਰ ਹਾਂ ਇਦਾਂ ਦੀ ਸਰਸਰੀ ਚੱਲ ਰਹੀ ਹੈ। ਔਰ ਜਦ ਰਾਜਾ ਵੜਿੰਗ ਉਹਨਾਂ ਕਹਿੰਦੇ ਨੇ ਕਿ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਕਦੀ ਵੀ ਆਪਾਂ ਕਾਂਗਰਸ ਦੁਬਾਰਾ ਜੁਆਇਨ ਨਹੀਂ ਕਰਾਵਾਂਗੇ, ਆਪਾਂ ਛਲੀਆਂ ਵਾਲਿਆਂ ਨੂੰ ਜੁਆਇਨ ਕਰਾ ਸਕਦੇ, ਛਲੀਆਂ ਵੇਚਣ ਵਾਲੇ ਨੂੰ, ਲੇਕਿਨ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਨਹੀਂ ਜੁਆਇਨ ਕਰਾਂਗੇ। ਇਹ ਵੀ ਗੱਲ ਉਸ ਤੋਂ ਕਨੈਕਟ ਕਰਕੇ ਦੇਖੀ ਜਾ ਰਹੀ। ਇੰਦਰਪ੍ਰੀਤ ਜੀ, ਅਗਲੀ ਖਬਰ, ਵੈਸੇ ਤਾਂ ਇਹ ਭਾਸਕਰ ਸਾਹਿਬ ਨੇ ਥੋੜੀ ਜਿਹੀ ਵਿੱਚ ਇਹਦੀਆਂ ਡਿਟੇਲਸ ਛੱਡਤੀਆਂ ਨੇ, ਕੱਲ ਕੁਝ ਹੋਰ ਵੀ ਪੱਧਰਾਂ ਦੇ ਉੱਤੇ ਡਿਵੈਲਪਮੈਂਟ ਹੋਈਆਂ। ਇੱਕ ਤਾਂ ਕਾਂਗਰਸੀਆਂ ਨੂੰ ਚੁੱਪ ਰਹਿਣ ਲਈ ਕਿਹਾ ਗਿਆ ਵੀ ਬਾਰ-ਬਾਰ ਇਹ ਰੱਟ ਨਾ ਲਾਓ ਕਿ 13 ਦੀਆਂ 13 ਲੜਾਂਗੇ, ਸ਼ਾਂਤੀ ਰੱਖੋ, ਜੋ ਉੱਤੋਂ ਹਦਾਇਤ ਆਉਂਦੀ ਉਹਦੇ ਅਨੁਸਾਰ ਚੱਲੋ। ਦੂਜੇ ਬੰਨੇ ਸਿੱਧੂ ਸਾਹਿਬ ਨੇ, ਇੰਦਰਪ੍ਰੀਤ ਜੀ ਮੈਨੂੰ ਹਾਸਾ ਆਉਂਦਾ ਹੈ, ਸਿੱਧੂ ਸਾਹਿਬ ਨੇ ਸਭ ਨੂੰ ਅਨੁਸ਼ਾਸਨ ਦਾ ਪਾਠ ਪੜਾਇਆ। ਮਤਲਬ
ਬਿੱਲੀ ਦੁੱਧ ਦੇ ਸਿਰਹਾਣੇ ਬਹਿ ਕੇ ਇਹ ਕਹਿ ਰਹੀ ਆ ਵੀ ਆਪਾਂ ਨੇ ਇਹਦੀ ਰਾਖੀ ਕਰਨੀ, ਇਹੀ ਨਾ। ਸਿੱਧੂ ਸਾਹਿਬ ਨੇ ਰੱਜ ਕੇ ਅਨੁਸ਼ਾਸਨ ਤੋੜਿਆ ਵੱਖ-ਵੱਖ ਮੌਕਿਆਂ ਤੇ, ਪ੍ਰਧਾਨ ਬਣ ਕੇ, ਉਸ ਤੋਂ ਪਹਿਲਾਂ, ਉਸ ਤੋਂ ਬਾਅਦ। ਕਿੱਥੇ ਮੰਨੀ ਉਹਨਾਂ ਨੇ? ਜਿੱਧਰ ਨੂੰ ਜੀ ਕੀਤਾ। ਪੰਜਾਬ ਦੇ ਲੋਕ ਸਮਝਦੇ ਸੀਗੇ ਕਿ ਇਹ ਬੰਦਾ ਹੈ ਜਿਹੜਾ ਪੰਜਾਬੀਆਂ ਦੀ ਸਹੀ ਤਰਜਮਾਨੀ ਕਰਦਾ ਹੈ, ਦਿਲ ਦਾ ਕਲੀਅਰ ਤੇ ਮਨ ਦੀ ਗੱਲ ਬਿਲਕੁਲ ਜ਼ਬਾਨ ਤੇ, ਭਾਵੇਂ ਉੱਥੇ ਰਾਹੁਲ ਗਾਂਧੀ, ਪ੍ਰਿਅੰਕਾ ਬੈਠੇ ਹੋਣ, ਉਹਨੇ ਗੱਲ ਆਪਣੀ ਬੰਦੇ ਨੇ ਕਰਨੀ ਆ ਪੂਰੇ ਜ਼ੋਰ ਨਾਲ, ਤੇ ਉਹਦੇ ਵਿੱਚ ਡਿਸਿਪਲਿਨ ਕਿਤੇ ਨਹੀਂ ਖਲੋਂਦਾ। ਉਹਨਾਂ ਦੀ ਪ੍ਰਧਾਨਗੀ ਅਹੁਦੇ ਦੀ ਤਾਜਪੋਸ਼ੀ ਸੀ ਤੇ ਇੰਜ ਲੱਗ ਰਿਹਾ ਸੀ ਜਿੱਦਾਂ ਉਹ ਕਿਸੇ ਵਿਰੋਧੀ ਧਿਰ ਦੇ ਆਗੂ ਵਜੋਂ ਬੋਲ ਰਹੇ ਹੋਣ। ਤੇ ਸੀਐਮ ਸਾਹਿਬ ਕੈਪਟਨ ਅਮਰਿੰਦਰ ਸਿੰਘ ਵਹਿੰਦੇ ਹੀ ਰਹਿ ਗਏ ਵੀ ਹੋ ਕੀ ਰਿਹਾ। ਬਥੇਰੀਆਂ ਉਹਨਾਂ ਸਿਫਤਾਂ ਕੀਤੀਆਂ, ਬੰਦਾ ਨਹੀਂ ਮੰਨਿਆ। ਜੋ ਸੋਚ ਕੇ ਆਇਆ ਸੀ ਬੰਦੇ ਨੇ, ਉਹੋ ਹੀ ਛੱਕੇ ਜੜੇ, ਚੌਕੇ ਛੱਕੇ। ਸੋ ਜਦੋਂ ਸਿੱਧੂ ਸਾਹਿਬ ਕਹਿੰਦੇ ਆ ਕਿ ਡਿਸਿਪਲਿਨ 'ਚ ਰਹਿਣਾ ਹੈ, ਡਿਸਿਪਲਿਨ 'ਚ ਸਿਪਾਹੀ ਜਿਹੜਾ ਸਿਪਾਹੀ ਹੁੰਦਾ, ਹੁਣ ਇੱਥੇ ਗੱਲ ਹੋਰ ਦਿਓ ਮਾੜੀ ਜੀ। ਇਸ ਨਾਲ ਸੰਬੰਧਿਤ ਖਬਰਾਂ ਤਾਂ ਬਹੁਤ ਛੋਟੀਆਂ ਲੱਗੀਆਂ ਰੰਧਾਵਾ ਸਾਹਿਬ, ਪਰ ਇੰਪੋਰਟੈਂਸ ਬਹੁਤ ਦਿੱਤੀ ਹੈ ਸਾਰਿਆਂ ਨੇ, ਮਤਲਬ ਕਿ ਚੰਗੀ ਲਗਾਈ ਹੈ। ਚੁਟੀਲੀ ਜੀ ਖਬਰ ਜ਼ਰੂਰ ਹੈ, ਜੂਸੀ ਖਬਰ ਜ਼ਰੂਰ ਹੈ ਕਿ ਨਵਜੋਤ ਸਿੰਘ ਸਿੱਧੂ ਵਰਗਾ ਬੰਦਾ ਪਾਰਟੀ ਦੇ ਉਹਨਾਂ ਵੱਡੇ ਨੇਤਾਵਾਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਣ ਦੀ ਸਲਾਹ ਦੇ ਰਹੇ, ਜਿਹੜਾ ਬੰਦਾ ਖੁਦ ਪਗ ਪਗ ਤੇ ਜਿਹਨੇ ਅਨੁਸ਼ਾਸਨ ਤੋੜਿਆ। ਉਹ ਐ ਨਹੀਂ ਕਿ ਇਕੱਲਾ ਪਾਰਟੀ ਦੇ ਵਿੱਚ ਹੀ, ਉਹ ਕਿਤੇ ਵੀ ਰਹੇ ਹੈ, ਚਾਹੇ ਉਹ ਭਾਜਪਾ 'ਚ ਰਹੇ ਤਾਂ ਵੀ ਉਹਨਾਂ ਨੇ ਤੋੜੇ, ਉਸ ਤੋਂ ਪਹਿਲਾਂ ਕ੍ਰਿਕਟ ਟੀਮ 'ਚ ਰਹੇ ਤਾਂ ਵੀ ਉਹਨਾਂ ਨੇ ਤੋੜੇ, ਤੇ ਹੁਣ ਤਾਂ ਖੈਰ ਕਾਂਗਰਸ 'ਚ ਤਾਂ ਉਹਨਾਂ ਨੇ ਕੋਈ ਕਸਰ ਛੱਡੀ ਹੋਈ। ਸੋ ਉਹ ਬੰਦੇ ਦੇ ਮੂੰਹੋਂ ਇਸ ਤਰ੍ਹਾਂ ਦੀ ਜਦੋਂ ਸੁਣਦੇ ਆ ਕਿ ਵੀ ਉਹ ਅਨੁਸ਼ਾਸਨ ਦਾ ਪਾਠ ਪੜ੍ਹਾ ਰਿਹਾ, ਜਾਂ ਇਹ ਕਹਿ ਰਿਹਾ ਕਿ ਜੀ ਜੋ ਕਾਂਗਰਸ ਹਾਈ ਕਮਾਂਡ ਕਹੇਗੀ ਉਹੀ ਹੋਏਗਾ, ਇਹ ਚੀਜ਼ਾਂ ਚੰਗੀਆਂ ਲੱਗਦੀਆਂ ਨਹੀਂ ਹੈ। ਸਿੱਧੂ ਸਾਹਿਬ ਨੂੰ ਥੋੜਾ ਜਿਹਾ ਦੇਖ ਲੈਣਾ ਚਾਹੀਦਾ ਵੀ ਪਹਿਲਾਂ ਉਹ ਕਿੰਨਾ ਕੁ ਅਨੁਸ਼ਾਸਨ 'ਚ ਰਹੇ ਹੈ। ਜਿਹੜਾ ਬੰਦਾ ਖੁਦ ਜਿਹਨੂੰ ਕਹਿੰਦੇ ਆਪ ਮੁਹਾਰਾ ਹੈਗਾ, ਉਹ ਬੰਦਾ ਤਾਂ ਏਦਾਂ ਦੀਆਂ ਗੱਲਾਂ ਕਰ ਹੀ ਨਹੀਂ ਸਕਦਾ। ਦੇਖੋ ਪ੍ਰਤਾਪ ਸਿੰਘ ਬਾਜਵਾ ਚਾਹੇ ਜਿਸ ਤਰ੍ਹਾਂ ਦੇ ਵੀ ਰਹੇ ਹੋਣ, ਲੇਕਿਨ ਉਹਨਾਂ ਨੇ ਪਾਰਟੀ ਦਾ ਅਨੁਸ਼ਾਸਨ ਕਦੇ ਨਹੀਂ ਤੋੜਿਆ ਹੈਗਾ। ਉਹ ਪਾਰਟੀ 'ਚ ਹੀ ਰਹੇ ਨੇ, ਪਾਰਟੀ ਦੇ ਅੰਦਰਲੇ ਪਲੇਟਫਾਰਮਾਂ ਤੇ ਉਹ ਬੇਸ਼ੱਕ ਹਾਈ ਕਮਾਂਡ ਨਾਲ ਸਹਿਮਤ ਹੋਣ ਨਾ ਹੋਣ, ਲੇਕਿਨ ਉਹ ਜੋ ਵੀ ਕੁਝ ਕਹਿੰਦੇ ਰਹੇ ਪਾਰਟੀ ਦੇ ਅੰਦਰ ਹੀ ਕਹਿੰਦੇ ਰਹੇ, ਬਾਹਰ ਨਹੀਂ ਕਦੀ ਉਹ ਇਸ ਤਰ੍ਹਾਂ ਬੋਲਦੇ ਵੀ ਉਹ ਗੈਰ ਅਨੁਸ਼ਾਸਨਹੀਨਤਾ ਹੋਵੇ ਨਾ। ਪਰ ਇਹਨਾਂ ਦੇ ਮੂੰਹੋਂ ਤਾਂ ਬਿਲਕੁਲ ਵੀ ਚੰਗਾ ਨਹੀਂ ਲੱਗਿਆ। ਇਹ ਗੱਲ ਬੜੀ ਅੱਜ ਦਿਲਚਸਪ ਸੀਗੀ ਪੜ੍ਹਨੀ, ਮੇਰੇ ਲਈ ਤਾਂ ਬਹੁਤ ਸੀਗੀ ਜੀ। ਭਾਸਕਰ ਸਾਹਿਬ, ਜਿਹੜਾ ਇਹਨਾਂ ਨੂੰ ਚੁੱਪ ਰਹਿਣ ਲਈ ਕਿਹਾ ਗਿਆ, ਆ 13 ਦੀ ਲੜਾਈ ਲੜਨ ਲਈ, ਵੀ 13 ਹੀ ਲੜਾਂਗੇ, ਇਹਦੇ ਉੱਤੇ ਘੱਟ ਹੀ ਬੋਲਣ ਜ਼ਰਾ, ਇਹ ਵੀ ਵੈਸੇ ਦਿਲਚਸਪ ਹੈ। ਵੈਸੇ ਤਾਂ ਕਾਂਗਰਸੀਆਂ ਨੂੰ ਪਤਾ ਹੀ ਹੁੰਦਾ। ਇਹ ਮੈਨੂੰ ਲੱਗਦਾ ਸਿੱਧੂ ਸਾਹਿਬ ਦੀਆਂ ਚਲਾਈਆਂ ਹੋਈਆਂ ਰੋਹ ਰੀਤਾਂ ਨੇ। ਪਹਿਲਾਂ ਤਾਂ ਇਹ ਭਾਣਾ ਹੀ ਮੰਨਦੇ ਹੁੰਦੇ ਸੀ, ਜਦੋਂ ਦੇ ਨਵਜੋਤ ਸਿੱਧੂ ਕਾਂਗਰਸ ਚ ਆਏ ਆ ਵੀ ਮੈਂ ਨਹੀਂ ਮੰਨਦਾ ਇਹ ਉਹ, ਹੁਣ ਬਾਕੀ ਵੀ ਬੋਲਣ ਲੱਗ ਪਏ। ਹੁਣ ਮੈਨੂੰ ਲੱਗਦਾ ਅਗਲਿਆਂ ਨੇ ਸਿੱਧੂ ਸਾਹਿਬ ਦਾ ਸਵਿਚ ਬਦਲਤਾ, ਹੁਣ ਇਹ ਸਾਰੇ ਵਹਿੰਦੇ ਹੋਣੇ ਆ ਵੀ ਉਹਨਾਂ ਦੀ ਰੂਹ ਇੱਧਰ ਆ ਗਈ, ਇਹਨਾਂ ਦੀ ਰੂਹ ਉੱਧਰ ਚਲੇਗੀ। ਨਹੀਂ ਦੇਖੋ, ਪਰਸੋਂ ਤੋਂ ਹਰੀਸ਼ ਚੌਧਰੀ ਉਹਨਾਂ ਦੀ ਐਂਟਰੀ ਹੋਈ ਹੈ, ਔਰ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਲੀਡਰਸ਼ਿਪ ਜਿਹੜੀ ਅਕਸਰ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਵੀ ਗੱਠਜੋੜ ਤੋਂ ਇਨਕਾਰ ਕਰਦੀ ਹੈ ਔਰ ਉਹਦਾ ਵਿਰੋਧ ਕਰਦੀ ਹੈ, ਉਹਨਾਂ ਨੂੰ ਕਿਹਾ ਗਿਆ ਚੁੱਪ ਹੋ, ਫਿਲਹਾਲ ਚੁੱਪ ਹੋ ਜਾਓ, ਹਾਈਕਮਾਨ ਨੇ ਫੈਸਲਾ ਕਰਨਾ। ਪਰ ਜਿੰਨੇ ਵੀ ਲੀਡਰ ਉਸ ਅਲਾਈਅੰਸ, ਪ੍ਰਪੋਜ਼ਡ ਅਲਾਈਅੰਸ ਦਾ ਵਿਰੋਧ ਕਰ ਰਹੇ ਨੇ, ਉਹ ਲਾਸਟ ਦੇ ਵਿੱਚ ਇੱਕ ਸੈਂਟੈਂਸ ਕਹਿ ਦਿੰਦੇ, ਜਿੱਦਾਂ ਕੋਈ ਐਡਵਰਟਾਈਜ਼ਮੈਂਟ ਹੁੰਦੀ ਹੈ ਨਾ, ਕੰਡੀਸ਼ਨ ਸਪਲਾਈ, ਉਦਾਂ ਹੀ ਕਹਿ ਦਿੰਦੇ ਨੇ ਕਿ ਹਾਈਕਮਾਨ ਦਾ ਫੈਸਲਾ ਅੰਤਿਮ ਫੈਸਲਾ ਹੋਏਗਾ, ਸਾਨੂੰ ਮਨਜ਼ੂਰ ਹੈ। ਨਵਜੋਤ ਸਿੰਘ ਸਿੱਧੂ ਨੇ ਤੇ ਪੁਰਜੋਰ ਤਰੀਕੇ ਨਾਲ ਕਹਿ ਦਿੱਤਾ ਵੀ ਆ ਤੇ ਅਲਾਈਅੰਸ ਹੋਣਾ ਹੀ ਚਾਹੀਦਾ ਹੈ, ਰਾਸ਼ਟਰ ਹਿੱਤ ਦੇ ਵਿੱਚ ਕੀਤੇ ਹੋਏ ਫੈਸਲਿਆਂ ਦਾ ਸਵਾਗਤ ਕਰਨਾ ਚਾਹੀਦਾ ਹੈ। ਸਿਪਾਹੀ ਕਦੀ ਜਰਨੈਲ ਦੇ ਸਾਹਮਣੇ ਨਹੀਂ ਬੋਲਦਾ, ਇਹ ਸਵਾਲ ਨਹੀਂ ਪੁੱਛਦਾ। ਇਹਨਾਂ ਸਾਰੀ ਗੱਲਾਂ ਤੋਂ ਬਾਅਦ ਹੁਣ ਚੁੱਪੀ ਦਾ ਮੈਸੇਜ, ਉਹ ਵੀ ਆਪਣੇ ਆਪ ਵਿੱਚ ਕਾਫੀ ਕੁਝ ਦੱਸਦਾ ਹੈ। ਕਾਰਨ ਕਿ ਜਦ ਉੱਤੇ ਵਾਲੇ ਵੱਡੇ ਬੰਦੇ ਗੱਲਾਂ ਕਰ ਰਹੇ ਨੇ, ਤੁਸੀਂ ਐਵੇਂ ਹੀ ਰੌਲਾ ਪਾਈ ਜਾਂਦੇ ਹੋ, ਨਾ ਤੇ ਤੁਹਾਨੂੰ ਕਿਸੇ ਨੇ ਪੁੱਛਣਾ ਹੈ, ਨਾ ਤੁਹਾਨੂੰ ਪੁੱਛ ਕੇ ਕੋਈ ਫੈਸਲਾ ਹੋਣਾ ਹੈ। ਤੁਸੀਂ ਐਵੇਂ ਖਲੇਰਾ ਜਿਹਾ ਪਾ ਕੇ ਕੋਈ ਉੱਤੇ ਵਾਲਾ ਕੰਮ ਖਰਾਬ ਨਾ ਕਰ ਦੇਣਾ। ਇਹ ਮੈਸੇਜ ਲੈ ਕੇ ਹਰੀਸ਼ ਚੌਧਰੀ ਹੁਣ ਆਏ ਨੇ, ਔਰ ਹੁਣ ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਚੁੱਪੀ ਧਾਰ ਲੈਣ, ਕਿਉਂਕਿ ਇਹਨਾਂ ਦੇ ਬੋਲਣ ਕਰਕੇ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਬੋਲਣ ਦਾ ਹੁਕਮ ਹੋ ਗਿਆ ਸੀਗਾ। ਅਨਮੋਲ ਗਗਨ ਮਾਨ ਨੇ ਐ ਹੀ ਨਹੀਂ ਦਿੱਤੀ ਸੀ ਸਟੇਟਮੈਂਟ ਕਿ ਵੀ ਇਹ ਅਲਾਈਅੰਸ ਅਸੀਂ ਇਕੱਲੇ ਲੜਾਂਗੇ, ਜਾਂ ਭਗਵੰਤ ਮਾਨ ਉਹਨਾਂ ਨੇ ਵੀ ਕਿਹਾ ਇਕੱਲੇ ਲੜਨਾ ਜਾਣਦੇ ਆ, ਜਿੱਤਣਾ ਜਾਣਦੇ ਆ, ਸਰਕਾਰ ਵੀ ਬਣਾਉਣਾ ਜਾਣਦੇ ਆ। ਇਹ ਖਲੇਰਾ ਜਿਹਾ ਜ਼ਿਆਦਾ ਪੈ ਗਿਆ, ਖਲੇਰਾ ਸਾਂਭਣ ਦਾ ਕੰਮ ਟਾਈਮ ਆ ਗਿਆ। ਸਿੱਧੂ ਨੇ ਵੀ ਖਲੇਰਾ ਸਾਂਭਣ ਦੇ ਵਾਸਤੇ ਹੀ ਪਤਾ ਨਹੀਂ ਹੁਣ ਖਲੇਰਾ ਹੋਰ ਪਾਤਾ ਆਪਣੀ ਗੱਲਾਂ ਕਰਕੇ। ਆਹ ਜ਼ਰੂਰ ਇੱਕ ਗੱਲ ਹੈਗੀ ਹੈ ਕਿ ਹੁਣ ਚੁੱਪ ਹੋ ਜਾਓ, ਬਹੁਤ ਹੋ ਗਿਆ। ਬਿਲਕੁਲ। ਔਰ ਆਪਾਂ ਚੱਲਦੇ ਹਾਂ ਅੱਗੇ। ਇੰਦਰਪ੍ਰੀਤ ਜੀ, ਵੈਸੇ ਤਾਂ ਉਂਝ ਸ਼ਰੀਕੇਬਾਜ਼ੀਆਂ ਤੈਅ ਹੋ ਗਈਆਂ ਸਿਆਸੀ ਤੌਰ ਤੇ, ਕੋਈ ਦੋ ਰਾਮਾ ਨਹੀਂ। ਕੇਜਰੀਵਾਲ ਸਾਹਿਬ ਨੇ ਆਣ ਕੇ ਇੱਥੇ ਆਪਣੀ ਕੰਪੇਨ ਸ਼ੁਰੂ 13 ਤੋਂ ਕਰ ਦੇਣੀ ਆ, ਤੇ ਲਗਭਗ ਹੁਣ ਗੱਠਜੋੜ ਤਾਂ ਤੈਅ ਨੇ। ਗੱਠਜੋੜ ਖਿੱਲਰ ਨੇ ਉਦੋਂ ਨੇ ਜਦੋਂ ਨਤੀਜੇ ਆਉਣਗੇ 24 ਦੇ। ਉਸ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਵੈਸੇ ਤਾਂ ਇਹ ਵੀ ਰੌਲਾ ਪੈ ਰਿਹਾ ਕਿ ਇਹ ਗੱਠਜੋੜ ਨਾ ਹੋਵੇ, ਉਹਦੇ ਲਈ ਸੱਤਾ ਪੂਰਾ ਜ਼ੋਰ ਲਾ ਰਹੀ ਹੈ। ਕਈ ਤਾਂ ਪੁਰਾਣੇ ਜਿਨ੍ਹਾਂ ਦੇ ਸੰਬੰਧ ਬੀਜੇਪੀ ਨਾਲ ਰਹੇ ਉੱਤੇ,
ਜਾਂ ਜਿਹੜੇ ਆਰਾਮ ਨਾਲ ਖੇਡਦੇ ਖੂਡਦੇ ਰਹੇ ਰਲ ਕੇ, ਉਹਨਾਂ ਤੇ ਵੀ ਲਾਉਣ ਲੱਗ ਪਏ ਵੀ ਜਿਹੜੇ ਕਾਂਗਰਸੀ ਕਈ ਰੌਲਾ ਪਾ ਰਹੇ ਵੀ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਕਿਤੇ ਕਿਤੇ ਹੋਰ ਪਾਸਿਓਂ ਸਿੱਧਤ ਤਾਂ ਨਹੀਂ। ਖੈਰ ਮੈਂ ਇੰਦਰਪ੍ਰੀਤ ਜੀ ਅਗਲੀ ਖਬਰ ਤੇ ਜਾਣਾ ਹੈ ਕਿ ਮੁੱਖ ਸੂਚਨਾ ਕਮਿਸ਼ਨਰ ਦਾ ਅਹੁਦਾ ਕਾਫੀ ਅਹਿਮ ਅਹੁਦਾ ਹੈ ਪੰਜਾਬ ਦੇ ਵਿੱਚ। 5-6 ਸਾਲਾਂ ਲਈ, 6 ਸਾਲਾਂ ਲਈ ਹੁੰਦਾ ਕਿ 5 ਸਾਲਾਂ ਲਈ ਹੁੰਦਾ ਜੀ? ਪਹਿਲਾਂ 6 ਸਾਲਾਂ ਲਈ ਸੀ, ਹੁਣ 3 ਦਾ ਕਰਤਾ। ਹੁਣ 3 ਦਾ। ਉਹ 3 ਤਾਂ ਬੜੇ ਥੋੜੇ ਹੁੰਦੇ ਆ, ਏਡੇ ਵੱਡੇ ਬੰਦਿਆਂ ਨੂੰ ਤੁਸੀਂ 3 ਸਾਲ ਲਈ ਕਿਵੇਂ ਅੰਗੇਜ ਕਰੋਗੇ? ਵੱਧ ਚਾਹੀਦੇ 10 ਸਾਲ ਤੇ ਨੌਕਰੀ ਤੋਂ ਬਾਅਦ ਰੱਖਣੇ ਚਾਹੀਦੇ ਨਾ ਜੀ ਉਹਨਾਂ ਨੂੰ। ਕੁਲਕਾਰ, ਘਰ, ਜੇ ਘਰ ਨਾਮ ਹੀ ਹੋਵੇ, ਡਰਾਈਵਰ, ਦਫ਼ਤਰ, ਸਟੈਨੋ, ਜੇ ਕਿਸੇ ਨੇ ਕਿਤਾਬ ਹੀ ਲਿਖਣੀ ਹੋਵੇ ਸਰਕਾਰੀ ਖਰਚੇ ਤੇ ਲਿਖੇ। ਸੋ ਸਾਰੇ ਸਵਾਲ ਤੇ ਇਹਨਾਂ ਚੋਂ ਹੁਣ ਵੀਕੇ ਜੰਜੂਆ ਬਣਨਗੇ ਮੁੱਖ ਕਮਿਸ਼ਨਰ ਕਿ ਇਹ ਵੇਨੂ ਪ੍ਰਸ਼ਾਦ? ਕਿਹਦੀ ਦਿੱਲੀ ਵਾਲਿਆਂ ਨਾਲ ਵੱਧ ਹੈ, ਕਿਹਦੀ ਮੁੱਖ ਮੰਤਰੀ ਨਾਲ ਜ਼ਿਆਦਾ ਗਿਟਮੈਂਟ ਹੈ, ਕਿਹਦੀ ਸਿਆਸੀ ਘੇਰਿਆਂ ਦੇ ਵਿੱਚ ਜ਼ਿਆਦਾ ਸੁਣੀ ਜਾਂਦੀ? ਰਿਟਾਇਰਮੈਂਟ ਤੋਂ ਬਾਅਦ ਕਦੇ ਇਹਨਾਂ ਦਾ ਗੇੜਾ ਵੱਜਦਾ ਵੇਖਿਆ ਸਕੱਤਰੇਤ ਨੂੰ? ਕਦੇ ਮੁੱਖ ਮੰਤਰੀ ਦੇ ਘਰ ਵੱਲ ਨੂੰ ਜਾਂਦੇ ਦੇਖਿਆ? ਕਦੇ ਦਿੱਲੀ ਦਾ ਗੇੜਾ ਮਾਰਦੇ ਦੇਖਿਆ? ਹੁਣ ਕੌਣ ਕਿੰਨੇ ਕੁ ਪਾਣੀ 'ਚ ਖੜਾ ਹੈ? ਇੱਥੇ ਹੀ ਨੇ ਕਿ ਛੱਡ ਕੇ ਚਲੇ ਗਏ ਨੇ ਆਪਣੇ ਆਪਣੇ ਪਿੰਡਾਂ ਨੂੰ? ਰੰਧਾਵਾ ਸਾਹਿਬ ਦੇਖੋ, ਪਿਛਲੇ 2 ਮਹੀਨਿਆਂ ਤੋਂ ਮਤਲਬ ਇਹ ਰੱਸਾਕਸ਼ੀ ਚੱਲ ਰਹੀ ਹੈ ਕਿ ਇਸ ਪੋਸਟ ਤੇ ਕੌਣ ਆਏਗਾ, ਖਾਸ ਤੌਰ ਤੇ ਸੂਚਨਾ ਕਮਿਸ਼ਨ ਦੀ। ਪਹਿਲਾਂ ਤਾਂ ਇਹ 6 ਸਾਲ ਦਾ ਸੀਗਾ, ਲੇਕਿਨ ਹੁਣ ਇਹਨੂੰ ਘਟਾਤਾ ਹੈ, ਹੁਣ ਇਹ 3 ਸਾਲ ਦਾ ਕਰਤਾ ਔਰ ਮੈਂਬਰਾਂ ਦੀ ਗਿਣਤੀ ਵੀ ਘਟਾਤੀ ਹੈ। ਦੂਜੀ ਗੱਲ ਇਹ ਸੀਗੀ ਕਿ ਇਹ ਉਹ ਜਿਹੜੀ ਦੂਜੀ ਪੋਸਟ ਹੈਗੀ ਹੈ ਪਬਲਿਕ ਸਰਵਿਸ ਕਮਿਸ਼ਨ ਦੀ, ਉਹਦਾ ਪਹਿਲਾਂ ਹੀ 2 ਸਾਲ ਹੈ, ਤਾਂ ਉਸ ਦੇ ਉੱਤੇ ਇੰਟਰਸਟ ਘੱਟ ਹੈ। ਹੁਣ ਸਾਰੇ ਦੋਨੋਂ ਆਫੀਸਰ ਜਿਹੜੇ ਹੈਗੇ ਨੇ ਉਹ ਇਸ ਤੇ ਇੰਟਰਸਟ ਲੈ ਰਹੇ ਆ ਕਿ ਸਾਨੂੰ ਇਹ ਵਾਲੀ ਮਿਲ ਜੀ, ਘੱਟੋ ਘੱਟ 1 ਸਾਲ ਦਾ ਤਾਂ ਜ਼ਿਆਦਾ ਹੈ ਹੀ ਹੈ ਨਾ। ਤੇ ਦੇਖੋ ਦੋਨੋਂ ਹੀ ਬੰਦੇ ਜਿਹੜੇ ਹੈਗੇ ਆ, ਦੋਨੋਂ ਹੀ ਸੀਐਮ ਦੇ ਤੇ ਉੱਪਰਲੀ ਆਮ ਆਦਮੀ ਪਾਰਟੀ ਦੀ ਜਿਹੜੀ ਸਿਖਰ ਲੀਡਰਸ਼ਿਪ ਹੈ ਉਹਨਾਂ ਦੇ ਕਲੋਜ਼ ਨੇ। ਇਹ ਆਪਾਂ ਨਾ ਇਹਨਾਂ 'ਚ ਕੋਈ ਉਹਦਾ ਦਾ ਨਹੀਂ ਕਰ ਸਕਦੇ ਕਿ ਇਹ ਜ਼ਿਆਦਾ ਜਾਂ ਉਹ ਘੱਟ ਹੈ, ਦੋਨੋਂ ਹੀ ਕਲੋਜ਼ ਰਹੇ ਨੇ। ਤੇ ਖਾਸ ਤੌਰ ਤੇ ਦੋਨੋਂ ਹੀ ਸੀਐਮ ਸਾਹਿਬ ਦੇ ਵੀ, ਤੁਹਾਨੂੰ ਯਾਦ ਹੋਊਗਾ ਜਦੋਂ ਦੋਨਾਂ ਦੀ ਰਿਟਾਇਰਮੈਂਟ ਹੋਈ ਹੈ, ਸੀਐਮ ਸਾਹਿਬ ਖੁਦ ਦੋਨਾਂ ਦੀ ਰਿਟਾਇਰਮੈਂਟ ਦੇ ਪਾਰਟੀ ਦੇ ਆਪ ਰਹੇ ਨੇ ਉੱਥੇ। ਇਹ ਬਹੁਤ ਘੱਟ ਹੁੰਦਾ ਹੈ ਕਿ ਜਦੋਂ ਕੋਈ ਅਫਸਰ ਰਿਟਾਇਰ ਹੁੰਦਾ ਹੈ, ਚਾਹੇ ਚੀਫ ਸੈਕਟਰੀ ਰਿਟਾਇਰ ਹੋਇਆ ਹੋਵੇ, ਲੇਕਿਨ ਬਹੁਤ ਘੱਟ ਟਾਈਮ ਇਸ ਤਰ੍ਹਾਂ ਦੇ ਮੌਕੇ ਹੁੰਦੇ ਕਿ ਚੀਫ ਮਿਨਿਸਟਰ ਉਹਨਾਂ ਨੂੰ ਵਿਦਾਇਗੀ ਪਾਰਟੀ ਦੇ ਰਿਹਾ ਹੋਵੇ। ਸੋ ਹਾਲਾਂਕਿ ਵੇਨੂ ਪ੍ਰਸ਼ਾਦ ਜੀ ਦੀ ਪਾਰਟੀ 'ਚ ਨਹੀਂ ਸੀ ਆਏ, ਬਾਅਦ ਦੇ ਵਿੱਚ ਸਪੈਸ਼ਲ ਪਾਰਟੀ ਕੀਤੀ ਗਈ ਸੀ ਦੁਬਾਰਾ। ਇਹ ਤਾਂ ਮੰਨਣਾ ਪਊ ਨਾ, ਮਨਾ ਕੇ ਲਿਆਂਦੇ ਜਾਂ ਉਹਨਾਂ ਨੇ ਕਿਹਾ ਪਾਰਟੀ ਮੈਂ ਦਊਂਗਾ? ਮੁੱਖ ਮੰਤਰੀ ਨੇ ਕਿਹਾ ਇਹ ਬਾਅਦ 'ਚ ਚੈੱਕ ਕਰ ਲਾਂਗੇ, ਚਲੋ ਕੋਈ ਨਹੀਂ। ਇਹ ਮੈਂ ਉਹੀ ਗੱਲ ਕਰਦਾ ਕਿ ਉਹਨਾਂ ਨੇ ਕਿਹਾ ਵੀ, ਜਦੋਂ ਇੱਕ ਵਾਰੀ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਅਨੌਪਚਾਰਿਕ ਤੌਰ ਤੇ ਖੜੇ ਸੀਗੇ ਤੇ ਉਦੋਂ ਵੇਣੂ ਪ੍ਰਸਾਦ ਵੀ ਉੱਥੇ ਸੀਗੇ, ਤਾਂ ਉਹਨਾਂ ਨੇ ਕਿਹਾ ਵੀ ਕਿ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ, ਇਹਨਾਂ ਨੂੰ ਜਾਣ ਨਹੀਂ ਦਿੱਤਾ ਜਾਏਗਾ। ਮਤਲਬ ਇੱਥੇ ਤੱਕ ਸ਼ਬਦ ਯੂਜ਼ ਕੀਤਾ ਉਹਨਾਂ ਨੇ, ਇਹਨਾਂ ਨੂੰ ਜਾਣ ਨਹੀਂ ਦਿੱਤਾ ਜਾਏਗਾ। ਉਦੋਂ ਫਿਰ ਇਹ ਲੱਗ ਰਿਹਾ ਸੀ ਕਿ ਸ਼ਾਇਦ ਉਹਨਾਂ ਨੂੰ ਚੀਫ ਪ੍ਰਿੰਸੀਪਲ ਸੈਕਟਰੀ ਵਾਲੀ ਪੋਸਟ ਕ੍ਰੀਏਟ ਕਰਕੇ ਇੱਥੇ ਲਗਾਇਆ ਜਾਵੇ। ਇਹ ਵੀ ਬਹੁਤ ਚਰਚਾ ਚੱਲਦੀ ਰਹੀ, ਲੇਕਿਨ ਬਾਅਦ ਫਿਰ ਇਹ ਠੱਪ ਹੋ ਗਈ। ਹੁਣ ਇਸ ਦੇਖੋ ਪੋਸਟਾਂ ਤਾਂ 2 ਹੀ ਨੇ, ਇੱਕ ਦੋਨਾਂ ਨੂੰ ਮਿਲ ਸਕਦੀ ਹੈ। ਇੰਟਰਸਟਿੰਗ ਗੱਲ ਇਹ ਹੈ ਕਿ ਕਿਹਨੂੰ ਕਿਹੜੀ, ਤੁਸੀਂ ਯਾਦ ਹੋਊਗਾ ਜਦੋਂ ਪੀਪੀਐਸਸੀ ਦੀ ਜਿਹੜੀ ਸੀਗੀ ਪੋਸਟ, ਉਹਦੇ ਲਈ ਲਾਸਟ ਦਿਨ ਦੇ ਵਿੱਚ ਜਿਹੜਾ ਅਪਲਾਈ ਕੀਤਾ ਸੀ ਵੀਕੇ ਜੰਜੂਆ ਹੋਣਾ ਨੇ, ਸੋ ਉਹ ਹੁਣ ਉਸ ਪੋਸਟ ਤੋਂ ਬਾਅਦ ਇਸ ਤੇ ਵੀ ਨਜ਼ਰ ਰੱਖੀ ਬੈਠੇ ਆ ਕਿ ਚਲੋ ਉਹ ਨਹੀਂ ਤਾਂ ਆਹ ਮਿਲ ਜੇ। ਮਤਲਬ ਹਜੇ ਤੱਕ ਸਰਕਾਰ ਨੇ ਦੋਨਾਂ ਨੂੰ ਮਤਲਬ ਇੱਕ ਉਹਦੇ 'ਚ ਰੱਖਿਆ ਮੁਗਾਲਤੇ 'ਚ ਵੀ ਕਿਹੜੀ ਕਿਹਨੂੰ ਦੇਣੀ ਹੈ। ਤੇ ਥੋੜੇ ਦਿਨਾਂ ਤੱਕ ਪਤਾ ਲੱਗ ਜਾਏਗਾ, ਕਿਉਂਕਿ ਨਵੇਂ ਸਿਰੇ ਤੋਂ ਐਪਲੀਕੇਸ਼ਨਾਂ ਇਹਦੀਆਂ ਵੀ ਮੰਗੀਆਂ ਹੋਈਆਂ ਨੇ। ਇਹਦੇ 'ਚ ਮੁੱਖ ਸੂਚਨਾ ਕਮਿਸ਼ਨਰ ਦੇ ਨਾਲ 1-2 ਪੋਸਟਾਂ ਹੋਰ ਵੀ ਖਾਲੀ ਹੋ ਰਹੀਆਂ ਨੇ, ਉਹ ਵੀ ਨਾਲ ਹੀ ਭਰੀਆਂ ਜਾਣੀਆਂ ਨੇ। ਸਵਾਲ ਇਹ ਹੈ ਕਿ ਹੁਣ ਇਹ ਕੰਮ ਦੇ ਰਹੇ ਆ ਕਿ ਨਹੀਂ, ਇਹ ਕੰਮ ਦੇ ਰਹੇ ਆ ਕਿ ਨਹੀਂ, ਇਹ ਸਵਾਲ ਵੱਡਾ ਹੈ ਸਰਕਾਰ ਲਈ। ਤੇ ਕੀ ਦਿੱਲੀ ਤੋਂ ਵੀ ਕੋਈ ਐਡਜਸਟ ਕੀਤਾ ਜਾ ਸਕਦਾ? ਉੱਥੇ ਬਹੁਤ ਲੋੜ ਪੈਂਦੀ ਆ, ਉੱਥੇ ਅਹੁਦੇ ਘੱਟ ਆ, ਸਾਰੇ ਤਾਂ ਐਲਜੀ ਨੇ ਮੰਨ ਲਏ, ਜਾਂ ਹੁਣ ਉੱਥੇ ਤਾਂ ਕਿਸੇ ਵੀ ਨਿਯੁਕਤੀ ਲਈ ਤਾਂ ਉਹ ਪੈਨਲ ਜਿਹਾ ਉਹਦੇ ਵਿੱਚੋਂ ਦੀ ਆਉਣਾ ਪੈਣਾ। ਸੋ ਅਗਲਿਆਂ ਨੇ ਆਪਣੇ ਜਿਹੜੇ ਉੱਥੇ ਸਿਆਸੀ ਸਾਥੀ ਨੇ ਉਹਨਾਂ ਨੂੰ ਤਾਂ ਕਿਤੇ ਐਡਜਸਟ ਕਰਨਾ। ਪੰਜਾਬ ਵਾਲੇ ਤਾਂ ਐਵੇਂ ਦੁੱਖ ਫੀਲ ਕਰਦੇ ਰਹਿੰਦੇ। ਕੇਜਰੀਵਾਲ ਸਾਹਿਬ ਨੇ ਮਿਹਨਤ ਕਰਕੇ ਪਾਰਟੀ ਬਣਾ ਕੇ ਸਰਕਾਰ ਬਣਾਈ ਆ, ਉਹਨਾਂ ਦਾ ਹੱਕ ਬਣਦਾ, ਉਹਨਾਂ ਦਾ ਕੋਟਾ ਰਾਖਵਾਂ ਕਰ ਦਿਓ 30%, 50 ਕਿ 30, ਚਲੋ 30 ਬਹੁਤ ਆ, 30% ਬੰਦੇ ਉਹਨਾਂ ਦੇ ਆਉਣੇ ਚਾਹੀਦੇ। ਮੈਂ ਹੱਸਦਾ ਹੈ, ਬੁਰਾ ਨਾ ਮੰਨ ਜਿਓ, ਡਾਂਗ ਮੈਨੂੰ ਨਾ ਫੇਰਨ ਲੱਗ ਜਿਓ। ਭਾਸਕਰ ਸਾਹਿਬ ਅਗਲੀ ਗੱਲ ਇਹਦੇ ਤੇ ਟਿੱਪਣੀ ਕਰਨੀ ਹੈ ਤਾਂ ਮੋਸਟ ਵੈਲਕਮ, ਨਹੀਂ ਤਾਂ ਇਸ ਤੋਂ ਬਾਅਦ ਅਗਲੀ ਖਬਰ ਗਵਰਨਰ ਸਾਹਿਬ ਫਿਰ ਚੱਲਿਆ ਬਾਰਡਰ ਏਰੀਏ 'ਚ। ਜਿੱਥੇ ਤੱਕ ਜਜਵਾ ਸਾਹਿਬ ਦੀ ਤੇ ਵੇਨੂ ਪ੍ਰਸਾਦ ਉਹਨਾਂ ਦੀ ਗੱਲ ਹੈਗੀ ਹੈ, ਤੇ ਸੁਣਿਆ ਸੀਗਾ ਇੱਕ ਅਨਾਰ 100 ਬਿਮਾਰ, ਪਰ ਇੱਥੇ ਇੱਕ ਅਨਾਰ 2 ਬਿਮਾਰ ਵਾਲੀ ਗੱਲ ਤੇ ਹੈਗੀ ਹੈ। ਇਹਨੂੰ ਕਿਹਾ ਕਿਉਂਕਿ ਜਦ ਆਪਾਂ ਖਬਰ ਵੀ ਹੈ ਪੜ੍ਹ ਰਹੇ ਸੀ, ਪੰਜਾਬੀ ਦੇ ਵਿੱਚ ਲੱਗੀ ਹੈ, ਉਹਦੇ ਵਿੱਚ ਕਿ ਵੀ ਇਸ ਪੋਸਟ ਨੂੰ ਪਾਉਣ ਦੇ ਵਿੱਚ ਜਜਵਾ ਸਾਹਿਬ ਤੇ ਵੇਨੂ ਪ੍ਰਸਾਦ ਉਹਨਾਂ ਦੌੜ ਵਿੱਚ ਤੇ ਇੱਕ ਸੀਨ ਜਿਹਾ ਕ੍ਰੀਏਟ ਹੁੰਦਾ, ਜਿੱਦਾਂ ਕੋਈ ਰੇਸ ਜੀ ਲੱਗੀ ਜਾਂਦੀ ਹੈ, ਕੌਣ ਅੱਗੇ ਜਾਏਗਾ ਕੌਣ ਪਿੱਛੇ ਜਾਏਗਾ।
ਚਲੋ ਇਹਦਾ ਵੀ ਫੈਸਲਾ ਕੁਝ ਦਿਨਾਂ ਦੇ ਵਿੱਚ ਹੋ ਜਾਏਗਾ। ਇੰਦਰਪ੍ਰੀਤ ਉਹਨਾਂ ਨੇ ਦੱਸ ਹੀ ਦਿੱਤਾ ਕਿ ਵੀ ਇਹਦੇ ਵਿੱਚ ਹੋ ਸਕਦਾ ਜਿਹੜੀ ਪਹਿਲੀ ਵਾਲੀ ਪੋਸਟ ਹੈਗੀ ਹੈ PPSC ਵਾਲੀ, ਉਹਦੇ ਵਿੱਚ ਵੀ ਕਿਸੇ ਦਾ ਨੰਬਰ ਲੱਗ ਜਾਏ ਤੇ ਦੂਜੇ ਦੀ ਰੇਸ ਆਸਾਨ ਹੋ ਜਾਏਗੀ। ਉਸ ਦੌੜ ਦੇ ਵਿੱਚ ਜਦ ਦੋ ਹੀ ਖਿਡਾਰੀ ਦੌੜ ਰਹੇ ਹੋਣ ਤੇ ਇੱਕ ਫਸਟ ਇੱਕ ਸੈਕਿੰਡ ਆਣਾ ਲਾਜ਼ਮੀ ਹੈਗਾ। ਗਵਰਨਰ ਸਾਹਿਬ 3 ਕੁ ਮਹੀਨੇ ਪਹਿਲੇ ਉਹਨਾਂ ਨੇ ਏਦਾਂ ਦਾ ਦੌਰਾ ਕੀਤਾ ਸੀ, ਫਿਰ ਹੁਣ ਚੱਲ ਪਏ ਨੇ ਉਹ ਬਾਰਡਰ ਏਰੀਆ ਦੇ ਉਸ ਦੌਰੇ ਦੇ ਵਿੱਚ। ਔਰ ਸਤੰਬਰ 20 ਨੂੰ ਇਹ ਦੌਰਾ ਹੈਗਾ, 3 ਦਿਨ ਦਾ ਦੌਰਾ ਹੈਗਾ। ਪਹਿਲੇ ਉਹ ਅੰਮ੍ਰਿਤਸਰ ਤੇ ਜਿਹੜੇ ਪਠਾਨਕੋਟ ਦੇ ਜ਼ਿਲ੍ਹੇ ਦੇ ਵਿੱਚ ਉਹ ਬਾਰਡਰ ਡਿਸਟ੍ਰਿਕਟ ਦੇ ਵਿੱਚ ਉਹਨਾਂ ਦੇ ਪਿੰਡਾਂ ਵਾਲਿਆਂ ਨੂੰ ਵੀ ਮਿਲਣਗੇ। ਚਲੋ 3 ਦਿਨਾਂ ਦੇ ਦੌਰੇ ਦੇ ਬਾਅਦ ਇਹ ਗੱਲ ਸਾਫ਼ ਹੈ ਕਿ ਐਤਕੀ ਗਵਰਨਰ ਸਾਹਿਬ ਹੈਲੀਕਾਪਟਰ ਤੇ ਨਹੀਂ ਜਾਣਗੇ, ਕਿਉਂਕਿ ਜਿਹੜਾ ਮੈਣਾ ਮਾਰਿਆ ਸੀਗਾ ਮੁੱਖ ਮੰਤਰੀ ਸਾਹਿਬ ਨੇ ਕਿ ਵੀ ਸਾਡਾ ਹੀ ਹੈਲੀਕਾਪਟਰ ਯੂਜ਼ ਕਰਦੇ ਨੇ ਤੇ ਸਾਨੂੰ ਹੀ ਜਾ ਕੇ ਗਾਲਾਂ ਕੱਢਦੇ ਨੇ, ਤੇ ਉਹਨਾਂ ਨੇ ਫੈਸਲਾ ਕਰ ਲਿਆ ਸੀ ਵੀ ਨਾ, ਅੱਜ ਤੋਂ ਬਾਅਦ ਕਦੀ ਲੈਣਾ ਹੀ ਨਹੀਂ ਪੰਜਾਬ ਸਰਕਾਰ ਦਾ ਹੈਲੀਕਾਪਟਰ। ਹੋ ਸਕਦਾ ਹੈ ਕਿ ਕੇਂਦਰ ਸਰਕਾਰ ਤੋਂ ਕੋਈ ਹੈਲੀਕਾਪਟਰ ਉਹਨਾਂ ਵਾਸਤੇ ਆ ਜਾਏ। ਜੀ ਕੁਝ ਕਹਿ ਰਹੇ ਹੋ ਤੁਸੀਂ? ਹਾਂ, ਮੈਂ ਕਹਿ ਇਹ ਰਿਹਾ ਸੀ ਵੀ ਵਿਚਾਰੇ ਫਿਰ ਚੀਫ ਸੈਕਟਰੀ ਔਰ DGP ਸਾਹਿਬ ਨੇ ਕੀ ਵਿਗਾੜਿਆ, ਉਹ ਵੀ ਗੱਡੀਆਂ 'ਚ ਭੱਜੇ ਜਾਣਗੇ, ਉਹ ਚੌਪਰ ਤਾਂ ਲੈ ਜਾਓ ਜੀ। ਗੱਲ ਇਹ ਆ ਕਿ ਚੀਫ ਸੈਕਟਰੀ ਤੇ DGP ਸਾਹਿਬ ਨੂੰ ਹੋਰ 50 ਕੰਮ ਹੋਣੇ ਆ। ਵੈਸੇ ਇਹ ਵੀ ਇੱਕ ਇੰਦਰਪ੍ਰੀਤ ਜੀ ਸਵਾਲ ਇਦਾਂ ਦਾ ਹੀ ਆ, ਉੱਤੇ ਹੈਲੀਕਾਪਟਰ ਜਾਂਦਾ, ਚੌਪਰ ਜਾਂਦਾ, ਥੱਲੇ ਗੱਡੀਆਂ ਦੇ ਕਾਫਲੇ ਤੇ ਉਦਾਂ ਹੀ ਜਾਂਦੇ ਰਹਿੰਦੇ ਆ। ਸੋ ਭਾਸਕਰ ਸਾਹਿਬ ਗੱਲ ਪੂਰੀ ਕਰ ਲਓ। ਦੇਖੋ, ਜਿਸ ਤਰੀਕੇ ਨਾਲ ਹੈਲੀਕਾਪਟਰ ਗਵਰਨਰ ਸਾਹਿਬ ਨੇ ਨਾਂ ਲੈਣ ਦਾ ਐਲਾਨ ਕਰਤਾ ਸੀਗਾ, ਹੁਣ ਜਿਸ ਤਰ੍ਹਾਂ ਅਸੀਂ ਕਹਿ ਕੇ ਹਟੇ ਆ ਕਿ ਐਤਕੀ ਸ਼ਾਇਦ ਕੇਂਦਰ ਸਰਕਾਰ ਦਾ ਕੋਈ ਹੈਲੀਕਾਪਟਰ ਆ ਜਾਏ, ਕਿਉਂਕਿ ਗਵਰਨਰ ਸਾਹਿਬ ਦੇ ਬੜੇ ਇਖਤਿਆਰ ਹੁੰਦੇ ਨੇ, ਉਹਨਾਂ ਦੇ ਅਧਿਕਾਰ ਵੀ ਬੜੇ ਹੁੰਦੇ ਨੇ, ਉਹ ਸ਼ਾਇਦ ਕੇਂਦਰ ਸਰਕਾਰ ਤੋਂ ਵੀ ਲੈ ਜਾਂਦੇ ਹੁੰਦੇ। ਤੇ ਇਹਦੇ ਵਿੱਚ ਹੁਣ ਚੀਫ ਸੈਕਟਰੀ ਸਾਹਿਬ ਤੇ DGP ਸਾਹਿਬ ਉਸ ਹੈਲੀਕਾਪਟਰ ਵੀ ਆਪਣੇ ਨਾਲ ਬਿਠਾਣਗੇ ਨਹੀਂ ਬਿਠਾਣਗੇ, ਇਹ ਵੀ ਦੇਖਣ ਵਾਲੀ ਗੱਲ ਹੈ। ਜਾਂ ਫਿਰ ਚੀਫ ਸੈਕਟਰੀ ਸਾਹਿਬ DGP ਸਾਹਿਬ ਹੈਲੀਕਾਪਟਰ ਤੇ ਜਾਣਗੇ ਤੇ ਗਵਰਨਰ ਥੱਲੋਂ ਗੱਡੀ ਤੇ ਜਾਣਗੇ। ਆ ਵੀ ਇੱਕ ਬੜੀ ਅਜੀਬ ਜੀ ਸਥਿਤੀ ਬਣੀ ਹੋਈ ਹੈ। ਪਰ ਹਾਂ, ਇਹਨਾਂ 3 ਦਿਨਾਂ ਦੇ ਦੌਰੇ ਦੇ ਵਿੱਚ ਉਹ ਜਿਹੜਾ ਡਰੱਗ ਦਾ ਮਾਮਲਾ, ਜਿਹਦੇ ਉੱਤੇ ਗਵਰਨਰ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਚਿੱਠੀ ਵੀ ਲਿਖੀ ਸੀ ਕਿ ਸਰਕਾਰ ਜੀ ਦੱਸੋ ਡਰੱਗ ਦੇ ਮੁੱਦਿਆਂ ਦੇ ਉੱਤੇ ਤੁਸੀਂ ਕੀ ਕਦਮ ਚੱਕੇ। ਉਸ ਚਿੱਠੀ ਦਾ ਜਵਾਬ ਗਿਆ ਨਹੀਂ ਗਿਆ, ਹਜੇ ਕਨਫਿਊਜ਼ਨ ਜੀ ਬਣੀ ਹੋਈ ਹੈ। ਪਰ ਹੁਣ ਹੋਰ ਸਵਾਲ ਖੜੇ ਕਰਨ ਵਾਸਤੇ ਗਵਰਨਰ ਸਾਹਿਬ ਜਾ ਰਹੇ ਨੇ ਬਾਰਡਰ ਡਿਸਟ੍ਰਿਕਟ ਦੇ ਵਿੱਚ। ਉੱਥੇ ਡਰੱਗ ਦੇ ਮੁੱਦਿਆਂ ਦੇ ਉੱਤੇ, ਇਲੀਗਲ ਮਾਈਨਿੰਗ ਦੇ ਮੁੱਦਿਆਂ ਦੇ ਉੱਤੇ ਕਿਹਨੂੰ ਮਿਲਦੇ ਨੇ, ਹੁਣ ਕਿਹੜੀ ਹੱਟੀ ਤੇ ਕਿਹੜੀ ਡਰੱਗ ਮਿਲਦੀ ਹੈ, ਇਹਦਾ ਵੀ ਖੁਲਾਸਾ ਕਰਦੇ ਨੇ। ਇਹ ਤੇ ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ। ਪਰ 2024 ਤੋਂ ਪਹਿਲੇ ਇਹ ਜਿਹੜਾ ਦੌਰਾ, ਖਾਸ ਕਰਕੇ 2024 ਦੇ ਲੋਕ ਸਭਾ ਇਲੈਕਸ਼ਨ ਤੋਂ ਪਹਿਲੇ, ਬੜਾ ਇੱਕ ਇੰਪੋਰਟੈਂਸ ਜਾਂ ਸਿਗਨੀਫੀਕੈਂਟ ਹੈਗਾ। ਕਾਰਨ ਕਿ ਪੰਜਾਬ ਦੇ ਉਹ ਮੁੱਦੇ, ਜਿਨ੍ਹਾਂ ਮੁੱਦਿਆਂ ਨੂੰ ਗਵਰਨਰ ਹਾਊਸ ਤੋਂ ਉਛਾਲਿਆ ਜਾ ਰਿਹਾ ਔਰ ਵਧਾਇਆ ਜਾ ਰਿਹਾ, ਉਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਦਾ ਕੀ ਸਟੈਂਡ ਹੁੰਦਾ ਹੈ, ਫਿਰ ਇੱਕ ਵਾਰ ਇਹ ਸਵਾਲ ਖੜਾ ਹੋਏਗਾ। ਇਹ ਖਬਰ ਤਾਂ ਇੰਦਰਪ੍ਰੀਤ ਜੀ ਭਾਸਕਰ ਸਾਹਿਬ ਦੇ ਹਿੱਸੇ ਦੀ ਆ, ਇਹਨਾਂ ਨੇ ਤਿਆਰੀ ਕੀਤੀ ਹੋਈ ਆ। ਪਰ ਮੋਟੇ ਤੌਰ ਤੇ ਇੱਕ ਟਿੱਪਣੀ ਤਾਂ ਤੁਹਾਡੀ ਬਣਦੀ ਹੈ ਕਿ ਨੈਸ਼ਨਲ ਲੈਵਲ ਦੇ ਉੱਤੇ ਭਾਰਤ ਦਾ ਜਿਹੜਾ ਇਮੇਜ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਸ G20 ਨੇ ਕਾਫੀ ਨਿਰਧਾਰਿਤ ਕਰਨਾ ਹੈ। ਜ਼ੋਰ ਪੂਰਾ ਲੱਗਿਆ, ਮੇਜ਼ਬਾਨੀ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਦੁਨੀਆ ਭਰ ਦੇ ਰਾਸ਼ਟਰਾਂ ਦੇ ਮੁਖੀ ਆ ਰਹੇ ਨੇ। ਖਾਸ ਤੌਰ ਤੇ ਚੀਨ ਨੇ ਜਿਸ ਤਰੀਕੇ ਨਾਲ ਉਹਨਾਂ ਦੇ ਰਾਸ਼ਟਰਪਤੀ ਨੇ ਆਉਣ ਤੋਂ ਮਨਾ ਕੀਤਾ, ਉਸ ਤੋਂ ਬਾਅਦ ਥੋੜੀ ਜਿਹੀ ਕਿਰਕਰੀ ਹੋਈ, ਥੋੜੀ ਜਿਹੀ ਮੁਸ਼ਕਲ ਆਈ ਹੈ। ਲੇਕਿਨ ਜਿਸ ਤਰੀਕੇ ਨਾਲ ਹੁਣ ਬਾਕੀ ਮੁਲਕਾਂ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਆ ਰਹੇ ਨੇ, ਮੁਖੀ ਇੱਕ ਤਰ੍ਹਾਂ ਨਾਲ ਸੰਵਿਧਾਨਕ ਮੁਖੀ ਜਿਹੜੇ ਨੇ ਜਾਂ ਦੂਜੇ, ਤਾਂ ਇਹ ਕਾਫੀ 2-3 ਦਿਨ ਬੜੇ ਅਹਿਮ ਰਹਿਣ ਵਾਲੇ ਆ। ਲੇਕਿਨ ਇਸੇ ਹੀ ਦੌਰ ਦੇ ਵਿੱਚ ਇੱਕ ਰਾਜਨੀਤੀ ਵੀ ਚੱਲ ਰਹੀ ਆ। ਜੇ ਤੁਸੀਂ ਆਪਣੇ ਸਿਆਸੀ ਓਪੋਨੈਂਟਸ ਨੂੰ, ਵਿਰੋਧੀਆਂ ਨੂੰ ਇਗਨੋਰ ਕਿਉਂ ਕਰਦੇ ਹੋ? ਤੁਸੀਂ ਉਹਨਾਂ ਨੂੰ ਜੇ ਜੇ ਮੰਨ ਲਓ ਕਿਸੇ ਤੁਸੀਂ ਕੋਈ ਪ੍ਰੋਗਰਾਮ ਉਲੀਕੇ ਹੋਇਆ ਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਬੁਲਾ ਰਹੇ? ਜਿਵੇਂ ਕਾਂਗਰਸ ਪ੍ਰਧਾਨ ਖੜਗੇ ਸਾਹਿਬ ਨੂੰ ਰਾਤਰੀ ਭੋਜ 'ਚ ਨਹੀਂ ਸੱਦਿਆ ਗਿਆ, ਔਰ ਇਸੇ ਤਰ੍ਹਾਂ ਸੋਨੀਆ ਗਾਂਧੀ ਨੂੰ ਨਹੀਂ ਸੱਦਿਆ ਗਿਆ। ਬਹੁਤ ਸਾਰੇ ਮੁੱਖ ਮੰਤਰੀ ਸ਼ਾਇਦ ਨਾ ਆਉਣ, 2-3-4 ਸੂਬਿਆਂ ਦੇ ਮੁੱਖ ਮੰਤਰੀ ਵੀ ਇਸ ਕਰਕੇ ਨਾ ਆਉਣ। ਸੋ ਪੋਲਿਟਿਕਸ ਵੀ ਨਾਲ ਨਾਲ ਚੱਲ ਰਹੀ ਹੈ। ਬਿਲਕੁਲ ਰੰਧਾਵਾ ਸਾਹਿਬ, ਪੋਲਿਟਿਕਸ ਬਿਲਕੁਲ ਨਾਲ ਨਾਲ ਚੱਲ ਰਹੀ ਹੈ। ਲੇਕਿਨ ਇਹ ਸੀਗਾ ਕਿ ਇਹ ਜਿਹੜਾ ਰਾਤਰੀ ਭੋਜ ਹੈ ਉਹ ਰਾਸ਼ਟਰਪਤੀ ਵੱਲੋਂ ਦਿੱਤਾ ਜਾ ਰਿਹਾ ਹੈ, ਔਰ ਰਾਸ਼ਟਰਪਤੀ ਵੱਲੋਂ ਸਾਰੇ ਚੀਫ ਮਿਨਿਸਟਰ ਔਰ ਗਵਰਨਰ, ਇਹ ਦੋਨਾਂ ਨੂੰ ਸ਼ਾਇਦ ਸੱਦਾ ਦਿੱਤਾ ਹੋਇਆ ਕਿ ਉੱਥੇ ਉਹ ਪਹੁੰਚਣਗੇ। ਔਰ ਬੜਾ ਪ੍ਰੋਟੋਕੋਲ ਹੁੰਦਾ, ਤੁਹਾਨੂੰ ਪਤਾ 6 ਵਜੇ ਹਰ ਹਾਲ 'ਚ ਪਹਿਲਾਂ ਪਹੁੰਚਣਾ ਹੈ, ਫਿਰ ਇੱਕ ਜਗ੍ਹਾ ਤੇ ਸਾਰੇ CM ਨੇ ਇਕੱਠੇ ਹੋਣਾ ਹੈ, ਉੱਥੋਂ ਫਿਰ ਸਭ ਦੇ ਨਾਲ ਪ੍ਰੋਟੋਕੋਲ ਅਫਸਰ ਲੱਗਣੇ ਨੇ, ਫਿਰ ਉੱਥੇ ਇੱਕ ਜਿਹੜਾ ਵੀ ਜਿੱਥੇ ਵੀ ਲੈ ਕੇ ਜਾਣਾ ਹੈ ਸਾਰੇ ਰਾਸ਼ਟਰ ਅਧਿਕਸ਼ਾਂ ਨੂੰ ਮਿਲਵਾਉਣ ਵਾਸਤੇ, ਉਹ ਫਿਰ ਉੱਥੇ ਉਸ ਤਰ੍ਹਾਂ ਨੂੰ ਲੈ ਕੇ ਜਾਣਾ ਹੈ। ਬੜਾ ਪ੍ਰੋਟੋਕੋਲ ਹੈ। ਤੇ ਕੱਲ ਮਤਲਬ ਜਿਹੜਾ ਹੈਗਾ ਅੱਜ ਹੈਗਾ ਇਹ, ਤੇ ਅੱਜ ਹੀ ਚੀਫ ਮਿਨਿਸਟਰ ਜਿਹੜੇ ਭਗਵੰਤ ਮਾਨ ਹੈ ਉਹਨਾਂ ਦਾ ਵੀ ਫੰਕਸ਼ਨ ਹੈਗਾ ਜਲੰਧਰ ਦੇ ਵਿੱਚ, ਜਦੋਂ ਉਹ 560 ਦੇ ਕਰੀਬ ਸਬ ਇੰਸਪੈਕਟਰ ਨੂੰ ਉਹਨਾਂ ਨੇ ਨਿਯੁਕਤੀ ਪੱਤਰ ਦੇਣੇ ਹੈ। ਬੜੇ ਲੰਬੇ ਸਮੇਂ ਤੋਂ ਲਟਕਿਆ ਹੋਇਆ ਇਹ ਮਾਮਲਾ। ਇਹ ਕਿਹਾ ਜਾ ਰਿਹਾ ਸੀਗਾ ਕਿ ਪਹਿਲਾਂ ਉਹ ਜਾਣਗੇ,
ਪਰ ਹੁਣ ਕਨਫਰਮ ਹੀ ਹੋ ਗਿਆ ਲਗਭਗ ਕਿ ਉਹ ਨਹੀਂ ਜਾ ਰਹੇ, ਉਹ ਆਪਣਾ ਇਸ ਪ੍ਰੋਗਰਾਮ ਤੇ ਜਾਣਗੇ। ਕੇਜਰੀਵਾਲ ਸਾਹਿਬ ਦਿੱਲੀ ਤੋਂ ਜਾਣਗੇ। ਇੱਕ ਤਾਂ ਇਹ ਸੀ ਵੀ ਕੀ ਜਿਹੜੇ ਇੰਡੀਆ ਦੇ ਨਾਲ ਸੰਬੰਧਿਤ ਪਾਰਟੀਆਂ ਦੇ ਚੀਫ ਮਿਨਿਸਟਰ ਨੇ ਉਹ ਨਹੀਂ ਜਾ ਰਹੇ, ਜਾਂ ਇਕੱਲੇ ਆਮ ਆਦਮੀ ਪਾਰਟੀ ਵਾਲੇ ਨਹੀਂ ਜਾ ਰਹੇ। ਤਾਂ ਹੁਣ ਉਹ ਤਾਂ ਕਲੀਅਰ ਹੁੰਦਾ ਜਾ ਰਿਹਾ ਕਿ ਜਿਵੇਂ ਨਿਤਿਸ਼ ਕੁਮਾਰ ਵੀ ਜਾ ਰਹੇ ਨੇ, ਆਪਣੇ ਕੇਜਰੀਵਾਲ ਸਾਹਿਬ ਵੀ ਜਾ ਰਹੇ ਨੇ, ਮਤਲਬ ਇਹਦਾ ਮਤਲਬ ਇੰਡੀਆ ਦੇ ਬੰਦੇ ਤਾਂ ਜਾ ਰਹੇ ਨੇ। ਪਰ ਜਿਵੇਂ ਸੋਨੀਆ ਗਾਂਧੀ ਨੂੰ ਤੁਸੀਂ ਕਿਹਾ ਨਹੀਂ ਬੁਲਾਇਆ, ਜਾਂ ਖੜਗੇ ਸਾਹਿਬ ਨੂੰ ਨਹੀਂ ਬੁਲਾਇਆ, ਤਾਂ ਉਸ ਰੋਸ ਸਰੂਪ ਬੇਸ਼ੱਕ ਜਿਹੜੇ ਕਾਂਗਰਸ ਦੇ ਚੀਫ ਮਿਨਿਸਟਰ ਹੈਗੇ ਆ ਉਹ 2-3 ਜਿਵੇਂ ਨਾ ਆ ਹੀ ਚੁੱਕੇ ਆ, ਉਹ ਨਹੀਂ ਜਾ ਰਹੇ। ਸੁੱਖੂ ਸਾਹਿਬ ਬਾਰੇ ਜਿਹੜੇ ਹਿਮਾਚਲ ਦੇ ਹੈਗੇ ਆ, ਉਹਨਾਂ ਦਾ ਤਾਂ ਕਿਹਾ ਜਾ ਰਿਹਾ ਕਿ ਸ਼ਾਇਦ ਉਹ ਸ਼ਾਮਲ ਹੋਣਗੇ। ਠੀਕ ਹੈ, ਪੋਲਿਟਿਕਸ ਤਾਂ ਬਰਾਬਰ ਨਾਲ ਚੱਲ ਹੀ ਰਹੀ ਹੈ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ। ਪਰ ਮੈਨੂੰ ਲੱਗਦਾ ਕਿ ਇੱਕ ਸ਼ਾਇਦ ਕਿਤੇ ਇਹ ਵੀ ਹੋਏ ਕਿ ਇੱਕ ਪ੍ਰੋਟੋਕਾਲ ਵੀ ਹੁੰਦਾ ਹੋਏਗਾ ਵੀ ਕਿਹਨਾਂ ਨੂੰ ਬੁਲਾਇਆ ਜਾਣਾ ਹੈ। ਠੀਕ ਹੈ, ਖੜਗੇ ਸਾਹਿਬ ਨੂੰ ਤਾਂ ਐਜ਼ ਪਾਰਟੀ ਪ੍ਰੈਜ਼ੀਡੈਂਟ ਬੁਲਾ ਰਹੇ ਨੇ, ਤਾਂ ਫਿਰ ਬਾਕੀ ਸਾਰੀਆਂ ਪਾਰਟੀਆਂ ਦੇ ਪ੍ਰੈਜ਼ੀਡੈਂਟ ਨੂੰ ਵੀ ਬੁਲਾਇਆ ਜਾ ਰਿਹਾ ਹੈ। ਇੱਕ ਤਾਂ ਇਹ ਬੜਾ ਇੰਪੋਰਟੈਂਟ ਹੁੰਦਾ ਕਿ ਬਾਕੀਆਂ ਦੇ ਵੀ ਨੂੰ ਵੀ ਫਿਰ ਤਾਂ ਪਾਰਟੀਆਂ ਤਾਂ ਉਹਨਾਂ ਨੂੰ ਵੀ ਬੁਲਾਉਣਾ ਪਏਗਾ ਨਾ, ਅਗਰ ਤੁਸੀਂ ਇੱਕ ਪਾਰਟੀ ਦੇ ਪ੍ਰੈਜ਼ੀਡੈਂਟ ਨੂੰ ਬੁਲਾ ਰਹੇ ਹੋ। ਪਰ ਸੋਨੀਆ ਗਾਂਧੀ ਕੋਲ ਤਾਂ ਇਸ ਟਾਈਮ ਕੋਈ ਅਹੁਦਾ ਹੀ ਨਹੀਂ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕਿਸ ਕੈਪੈਸਿਟੀ 'ਚ ਬੁਲਾਇਆ ਜਾਏਗਾ। ਸੋ ਰਾਸ਼ਟਰਪਤੀ ਦਾ ਜਿਹੜਾ ਫੰਕਸ਼ਨ ਹੋਏਗਾ ਔਰ ਵੱਖ-ਵੱਖ ਕੰਟਰੀਆਂ ਦੇ ਜਿਹੜੇ ਰਾਸ਼ਟਰੀ ਅਧਿਕਸ਼ਾਂ ਨਾਲ ਹੋਣਾ ਫੰਕਸ਼ਨ, ਉਹਦੇ 'ਚ ਮੈਨੂੰ ਲੱਗਦਾ ਕਿ ਇਹ ਪ੍ਰੋਟੋਕੋਲ ਵੀ ਆੜੇ ਆਂਦਾ ਹੀ ਹੋਇਆ। ਇਹ ਸਿਆਸਤ ਹੈ ਜੀ ਪੂਰੀ ਤਰ੍ਹਾਂ, ਔਰ ਇਹ ਸਿਆਸਤ ਅੱਗੇ ਵੱਧਦੀ ਰਹੂਗੀ। ਤੁਸੀਂ ਇੱਕ ਗੱਲ ਛੇੜ ਕੇ ਗੱਲ ਤੋਰਤੀ, ਭਾਸਕਰ ਸਾਹਿਬ ਤੁਹਾਡੇ ਵੱਲ ਹੀ ਆ ਰਿਹਾ, ਤੁਸੀਂ ਇਹ ਖਬਰ ਨੂੰ ਪ੍ਰੋਪਰ ਲਓ। ਲੇਕਿਨ ਜਿਹੜੀ ਅੱਜ ਨਿਯੁਕਤੀ ਪੱਤਰ ਦਿੱਤੇ ਜਾਣੇ ਆ, ਮੈਂ ਥੋੜਾ ਜਿਹਾ ਇਹਦੇ ਵਿੱਚ ਜਿਹੜੀ ਇੱਕ ਖਬਰ ਦੇ ਹਿਸਾਬ ਨਾਲ, ਕੱਲ ਤਾਂ ਵੈਸੇ ਕਾਫੀ ਹੱਦ ਤੱਕ ਕੇਂਦਰਪ੍ਰੀਤ ਜੀ ਨੇ ਕਲੀਅਰ ਕਰਤਾ ਸੀ ਕਿ 559 ਲੋਕ ਜਾਂ 560 ਲੋਕ ਜਿਹੜੇ ਆ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਆ। ਰੌਲਾ ਪੈਂਦਾ ਰਿਹਾ ਕਿ ਮਾਨਸੇ ਦੇ ਵਿੱਚ 7 ਸਬ ਇੰਸਪੈਕਟਰ ਡਿਊਟੀ ਹਾਜ਼ਰ ਹੋਣਗੇ, ਜਿਨ੍ਹਾਂ ਚੋਂ 6 ਹਰਿਆਣੇ ਦੇ ਆ। ਪਰ ਹੁਣ ਇੱਕ ਪੂਰਾ ਅੰਕੜਾ ਵੀ ਸਾਹਮਣੇ ਆਇਆ ਭਾਸਕਰ ਸਾਹਿਬ, 560 ਚੋਂ 525 ਪੰਜਾਬ ਦੇ ਆ, ਤੇ 31 ਉਮੀਦਵਾਰ ਹਰਿਆਣੇ ਦੇ ਆ, 4 ਰਾਜਸਥਾਨ ਚ ਹੈ, ਤੇ ਇਹ 6% ਉਮੀਦਵਾਰਾਂ ਨੂੰ ਛੱਡ ਕੇ 94 ਪੰਜਾਬ ਦੇ ਆ। ਇਹ ਦੱਸਿਆ ਗਿਆ, ਇਹ ਸ਼ਾਇਦ ਗਵਰਨਮੈਂਟ ਵੱਲੋਂ ਹੀ ਇਨਫੋਰਮੇਸ਼ਨ ਬਾਹਰ ਆਈ ਆ। ਹਾਲਾਂਕਿ ਖਹਿਰਾ ਸਾਹਿਬ ਨੇ ਔਰ ਜਿਹੜੇ ਵਿਕਰਮ ਮਜੀਠੀਆ ਨੇ, ਉਹਨਾਂ ਨੇ ਬੜੇ ਜ਼ੋਰ ਸ਼ੋਰ ਨਾਲ ਇਸ ਮਾਮਲੇ ਨੂੰ ਉਠਾਇਆ ਸੀਗਾ, ਔਰ ਹੋਰ ਵੀ ਕਈ ਲੋਕ ਜਿਨ੍ਹਾਂ ਨੇ ਇਸ ਮਾਮਲੇ ਨੂੰ ਉਠਾਇਆ ਸੀਗਾ। ਇਹ ਕਾਫੀ ਵੱਡਾ ਹੋ ਗਿਆ ਸੀਗਾ। ਉਧਰ ਜਿਹੜੇ 710 ਪਟਵਾਰੀ ਜਿਹੜੇ ਨਿਯੁਕਤ ਕੀਤੇ, ਉਹਨਾਂ ਨੂੰ ਸਟੇਸ਼ਨ ਅਲਾਟ ਕੀਤੇ ਗਏ ਆ, ਤੇ ਪਹਿਲੀ ਵਾਰੀ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਨੇ, ਬਹੁਤ ਸਾਰੀਆਂ ਮਹਿਲਾਵਾਂ ਨੇ। ਇਹ ਇੱਕ ਦਿਲਚਸਪ ਚੀਜ਼ ਆ। ਸੋ ਭਾਸਕਰ ਸਾਹਿਬ ਜ਼ਰੂਰ ਜਰਾ ਦੱਸਿਓ ਕਿ ਰਾਜਨੀਤੀ ਜਿਹੜੀ ਆ, ਦੇਸ਼ ਦੀ ਰਾਜਨੀਤੀ ਕਿਵੇਂ ਅੱਗੇ ਵੱਧ ਰਹੀ ਆ ਇਸ ਵੱਡੇ ਈਵੈਂਟ ਦੇ ਮੌਕੇ ਤੇ। ਮੈਨੂੰ ਇਹ ਲੱਗਦਾ ਹੈ ਕਿ ਅੱਜ ਦਾ ਜਿਹੜਾ ਡਿਨਰ ਹੈਗਾ, ਉਹਦੇ ਵਿੱਚ 3 ਮੁੱਖ ਮੰਤਰੀ ਕਾਂਗਰਸੀਆਂ ਦਾ ਨਾਂ ਜਾਣਾ, ਉਹਦੇ ਨਾਲ ਕਿੰਨਾ ਕੁ ਫਰਕ ਪੈਂਦਾ ਹੈ। ਰੰਧਾਵਾ ਜੀ, ਸਾਡਾ ਟਾਈਮ ਹੁੰਦਾ ਸੀ ਜਦ ਸ਼ਾਦੀ ਦੇ ਕਾਰਡ ਆਉਂਦੇ ਸੀ ਨਾ, ਜੇ ਬ੍ਰੈਕਟ ਦੇ ਵਿੱਚ ਵਿਦ ਫੈਮਿਲੀ ਨਹੀਂ ਲਿਖਿਆ ਤੇ ਪੂਰਾ ਪਰਿਵਾਰ ਨਾਰਾਜ਼ ਹੋ ਜਾਂਦਾ ਸੀ, ਵੀ ਉਹ ਬੱਚੇ ਵੀ ਕਹਿੰਦੇ ਸੀ ਅਸੀਂ ਵੀ ਨਹੀਂ ਜਾਣਾ, ਜਾਂ ਫਿਰ ਮਾਪੇ ਨੂੰ ਕਹਿੰਦੇ ਸੀ ਵੀ ਜੇ ਸਾਡਾ ਨਾਂ ਨਹੀਂ ਹੈਗਾ ਤੇ ਤੁਸੀਂ ਵੀ ਨਹੀਂ ਜਾਓਗੇ। ਏਦਾਂ ਦੇ ਹੀ ਹਾਲਾਤ ਕਾਂਗਰਸ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਕਿ ਜਦ ਵੱਡੇ ਲੀਡਰਾਂ ਨੂੰ ਨਹੀਂ ਬੁਲਾਇਆ ਗਿਆ ਤੇ ਛੋਟੇ ਕਹਿੰਦੇ ਨੇ ਨਹੀਂ ਜਾਣਾ। ਪਰ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ, ਉਹ ਸੁਖਵਿੰਦਰ ਸੁੱਖੂ ਜਿਹੜੇ ਹਿਮਾਚਲ ਦੇ ਚੀਫ ਮਿਨਿਸਟਰ ਨੇ, ਉਹਨਾਂ ਨੇ ਪਤਾ ਨਹੀਂ ਏਦਾਂ ਦੀ ਸਟੇਟਮੈਂਟ ਦਿੱਤੀ ਹੈ ਵੀ ਮੈਂ ਤੇ ਤਿਆਰ ਬੂਟ ਸ਼ੂਟ ਪਾ ਕੇ ਚਲਿਆ ਉਸ ਗਲੋਬਲ ਮੀਟਿੰਗ ਦੇ ਵਿੱਚ, ਯਾਨੀ ਅੱਜ ਦੇ ਡਿਨਰ ਦੇ ਵਿੱਚ। ਉਹਨਾਂ ਨੇ ਏਦਾਂ ਦੀ ਕੀ ਸਟੇਟਮੈਂਟ ਦਿੱਤੀ ਹੈ? ਸ਼ਾਇਦ ਵੱਡਿਆਂ ਨੂੰ ਨਾ ਬੁਲਾਉਣ ਤੋਂ ਉਹਨਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ, ਜਾਂ ਫਿਰ ਉਹਨਾਂ ਦੀ ਹਿਮਾਚਲ ਦੇ ਪ੍ਰਤੀ ਕੋਈ ਜਿਹੜਾ ਕੰਪਨਸੇਸ਼ਨ ਲੈਣ ਵਾਲੀ ਗੱਲ ਜਾਂ ਅੱਗੇ ਤੁਰਨ ਵਾਲੀ ਗੱਲ ਦੇ ਉੱਤੇ ਉਹ ਕੰਪਰੋਮਾਈਜ਼ ਕਰ ਗਏ। ਇਹ ਤੇ ਗੱਲ ਦੇਖਣ ਵਾਲੀ ਹੈ। ਹੁਣ ਇਹ ਇੰਡੀਆ ਦਾ ਸਟੈਂਡ ਨਹੀਂ ਹੈ, ਇੰਡੀਆ ਅਲਾਈਅੰਸ ਦਾ ਸਟੈਂਡ ਨਹੀਂ ਹੈ ਕਿ ਉੱਥੇ ਨਹੀਂ ਜਾਣਾ, ਕਿਉਂਕਿ ਬਾਕੀ ਮੁੱਖ ਮੰਤਰੀ, ਈਵਨ ਸਟਾਲਿਨ ਸਾਹਿਬ ਦਾ ਵੀ ਹਜੇ ਤੱਕ ਕੋਈ ਸਟੈਂਡ ਨਹੀਂ ਆਇਆ ਕਿ ਸਨਾਤਨ ਧਰਮ ਦੇ ਉੱਤੇ ਉਹਨਾਂ ਦੇ ਮੁੰਡੇ ਨੇ ਦਿੱਤੇ ਹੋਏ ਬਿਆਨਾਂ ਦੇ ਉੱਤੇ ਕਿ ਉਹ ਅੱਜ ਦੇ ਡਿਨਰ ਦੇ ਉੱਤੇ ਜਾਣਗੇ ਕਿ ਨਹੀਂ ਜਾਣਗੇ। ਪਰ ਉਮੀਦ ਹੈ ਕਿ ਸ਼ਾਇਦ ਉਹ ਆਣਗੇ, ਕਿਉਂਕਿ ਬਹੁਤ ਸਾਰੇ ਮੁੱਖ ਮੰਤਰੀਆਂ ਨੇ ਆਪਣੀ ਕੰਸੈਂਟ ਦਿੱਤੀ ਹੈ। ਚਲੋ ਅੱਜ ਦੇ ਡਿਨਰ ਤੋਂ ਬਾਅਦ ਇੱਕ ਰਣਨੀਤੀ, ਇੱਕ ਰਾਜਨੀਤੀ ਦੇ ਵਿੱਚ ਤੇ ਇਦਾਂ ਦੀ ਗੱਲਾਂ ਹੁੰਦੀਆਂ ਰਹੇਗੀ, ਪਰ ਜਦ ਤੁਸੀਂ ਮਹਿਮਾਨਾਂ ਨੂੰ ਘਰ ਸੱਦਿਆ ਹੋਏ ਤੇ ਪੂਰੇ ਪਰਿਵਾਰ ਦਾ ਯੂਨਾਈਟਿਡ ਹੋਣਾ ਬਹੁਤ ਜ਼ਰੂਰੀ ਹੁੰਦੀ ਹੈ। ਭਾਵੇਂ ਚਾਹੇ ਤੁਸੀਂ ਲੜੇ ਹੋਏ, ਲੇਕਿਨ ਇੱਥੇ ਲੜਾਈ ਦਿਖਾਣਾ ਉਹ ਚੰਗਾ ਨਹੀਂ ਹੁੰਦਾ। ਇਹ ਪਰਿਵਾਰਿਕ ਰਾਜਨੀਤੀ ਵੀ ਇਹੀ ਕਹਿੰਦੀ ਹੈ। ਪਰ ਉਸ ਤੋਂ ਇਲਾਵਾ ਇੰਡੀਆ ਦੇ ਵਾਸਤੇ ਕੱਲ ਵੱਡਾ ਦਿਨ ਸੀਗਾ, ਕਾਰਨ ਕਿ 6 ਸੂਬਿਆਂ ਦੇ ਵਿੱਚ 7 ਸੀਟਾਂ ਦੇ ਉੱਤੇ ਕੱਲ ਰਿਜ਼ਲਟ ਆਏ ਨੇ। ਉਹਦੇ ਵਿੱਚੋਂ 3 ਸੀਟਾਂ ਦੇ ਉੱਤੇ ਬੀਜੇਪੀ ਜਿੱਤੀ ਹੈ ਤੇ 4 ਦੇ ਉੱਤੇ ਇੰਡੀਆ ਅਲਾਈਅੰਸ। ਹਾਲਾਂਕਿ ਬਤੌਰ ਇੰਡੀਆ ਅਲਾਈਅੰਸ ਇਹ ਇਲੈਕਸ਼ਨ ਨਹੀਂ ਲੜੇ ਗਏ ਸੀ, ਪਰ ਸਮਾਜਵਾਦੀ ਪਾਰਟੀ ਦਾ ਯੂਪੀ ਦੇ ਵਿੱਚੋਂ ਜਿੱਤ ਕੇ ਆਣਾ, ਉਹ ਆਪਣੇ ਆਪ ਵਿੱਚ ਉਸ ਯੋਗੀ ਆਦਿੱਤਿਆਨਾਥ ਉਹਨਾਂ ਦੀ, ਜੋ ਕਿ 80 ਦੀ 80 ਲੋਕ ਸਭਾ ਦੀਆਂ ਸੀਟਾਂ ਯੂਪੀ ਦੇ ਵਿੱਚ ਜਿੱਤਣ ਦਾ ਇੱਕ ਦਮ ਭਰਦੇ ਨੇ।
ਤੇ ਉੱਥੇ ਇੱਕ ਨਾ ਇੱਕ ਜਗ੍ਹਾ ਤੇ ਬੀਜੇਪੀ ਨੂੰ ਸੱਟ ਵੱਜੀ ਹੈ। ਤ੍ਰਿਪੁਰਾ ਦੇ ਵਿੱਚ 2 ਸੀਟਾਂ ਰਿਟੇਨ ਕਰ ਲੈਣੀ ਔਰ 1 ਸੀਟ ਲੈਫਟ ਪਾਰਟੀਆਂ ਤੋਂ ਵਾਪਸ ਲੈਣੀ, ਉਹ ਵੀ ਬੀਜੇਪੀ ਆਪਣੀ ਜਿੱਤ ਮੰਨ ਕੇ ਚੱਲ ਰਹੀ ਹੈ ਤ੍ਰਿਪੁਰਾ ਦੇ ਵਿੱਚ। ਪਰ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦਾ ਜਿੱਤ ਜਾਣਾ ਔਰ ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਦਾ, ਔਰ ਉਸ ਤੋਂ ਇਲਾਵਾ ਤੁਸੀਂ ਇਹ ਦੇਖੋ ਕਿ 7 ਵਿੱਚੋਂ ਜਿਸ ਤਰ੍ਹਾਂ 7 ਵਿੱਚੋਂ 4 ਸੀਟਾਂ ਦੇ ਉੱਤੇ ਇੰਡੀਆ ਦੀ ਜਿੱਤ ਆਪਣੇ ਆਪ ਵਿੱਚ ਇੱਕ ਜਿੱਤ ਦੇ ਨਸ਼ੇ ਦੇ ਵਿੱਚ ਡੁੱਬਣ ਵਾਲੀ ਗੱਲ ਤੇ ਹੈਗੀ ਹੈ। ਪਰ ਇਸ ਜਿੱਤ ਦੇ ਰੱਥ ਨੂੰ ਕਿਸ ਤਰੀਕੇ ਨਾਲ ਲੋਕ ਸਭਾ ਇਲੈਕਸ਼ਨ ਤੱਕ ਕੰਟੀਨਿਊ ਰੱਖਣਾ ਹੈ, ਇਹ ਇੱਕ ਵੱਡੀ ਚੁਣੌਤੀ ਹੈਗੀ ਹੈ। ਉਹ ਵੀ ਖਾਸ ਕਰਕੇ ਜਦ ਸੀਟਾਂ ਦੀ ਵੰਡ ਦੇ ਮੁੱਦੇ ਦੇ ਉੱਤੇ ਕੋਈ ਲੜਾਈ ਝਗੜਾ ਨਾ ਹੋਏ, ਕੋਈ ਮਤਭੇਦ ਨਾ ਹੋਏ ਔਰ ਸਮੂਥਲੀ ਇਹ ਕੰਮ ਹੋ ਜਾਏ ਤਾਂ ਗੱਲ ਬਣਦੀ ਹੈ। ਔਰ ਜੇ ਗੱਲ ਕਰੀਏ ਨੈਸ਼ਨਲ ਲੈਵਲ ਦੇ ਉੱਤੇ ਇੰਡੀਆ ਅਲਾਈਅੰਸ ਦੀ, ਤੇ ਅਗਲਾ ਮਹੀਨਾ ਬੜਾ ਇੰਪੋਰਟੈਂਸ ਰੱਖਦਾ ਹੈ, ਕਾਰਨ ਕਿ ਸੀਟ ਸ਼ੇਅਰਿੰਗ ਦੇ ਮੁੱਦੇ ਦੇ ਉੱਤੇ 28 ਪਾਰਟੀਆਂ ਨੂੰ ਕਿਹਾ ਗਿਆ ਸੀਗਾ ਕਿ ਅਗਲੀ ਵਾਰ ਜਦ ਮੀਟਿੰਗ ਹੋਏਗੀ ਤੇ ਆਪਣੀ ਲਿਸਟ ਬਣਾ ਕੇ ਆਓ, ਤੁਹਾਡੀ ਵਿਨੇਬਲ ਸੀਟ ਕਿਹੜੀ ਹੈ ਔਰ ਕਿਉਂ ਤੁਹਾਡਾ ਉਸ ਸੀਟ ਦੇ ਉੱਤੇ ਕਲੇਮ ਬਣਨਾ ਹੈ। ਉਹ ਲਿਸਟ ਤਿਆਰ ਕਰਨ ਦੇ ਵਿੱਚ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ ਸਾਰੀ ਪੋਲੀਟੀਕਲ ਪਾਰਟੀਆਂ ਨੂੰ, ਔਰ ਬਾਅਦ ਚੋਂ ਉਹ ਲਿਸਟ ਕਿੰਨੀ ਕੁ ਪਾਸ ਹੁੰਦੀ ਹੈ, ਕਿੰਨੀ ਕੁ ਫੇਸ ਹੁੰਦੀ ਹੈ, ਇੱਥੇ ਅਗਲੀ ਮੀਟਿੰਗ ਜਿਹੜੀ ਭੋਪਾਲ ਦੇ ਵਿੱਚ ਹੋਣ ਦੀ ਸੰਭਾਵਨਾ ਹੈਗੀ ਹੈ, ਉਹਦੇ ਉੱਤੇ ਫੈਸਲਾ ਹੋਏਗਾ। ਪਰ ਹਾਂ, ਰਾਜਨੀਤੀ G20 ਦੇ ਮੁੱਦੇ ਦੇ ਉੱਤੇ ਵੀ ਔਰ ਇੰਡੀਆ ਅਲਾਈਅੰਸ ਦੇ ਮੁੱਦੇ ਦੇ ਉੱਤੇ ਵੀ ਔਰ ਆਉਣ ਵਾਲੇ ਲੋਕ ਸਭਾ ਦੇ ਸਪੈਸ਼ਲ ਸੈਸ਼ਨ ਦੇ ਮੁੱਦੇ ਦੇ ਉੱਤੇ ਵੀ ਫਿਲਹਾਲ ਪੂਰੀ ਚਰਮ ਸੀਮਾ ਤੇ। ਇੱਕ ਸਵਾਲ ਹੋਰ ਜਿਹੜਾ ਬਹੁਤ ਅਹਿਮ ਹੈ ਉਹ ਇਹ ਹੈ ਕਿ ਇਹਨਾਂ ਨਤੀਜਿਆਂ ਤੋਂ ਬਾਅਦ ਮੋਦੀ ਸਰਕਾਰ ਇੱਕ ਵਾਰੀ ਫਿਰ ਮੰਥਨ ਕਰੂਗੀ ਕਿ 5 ਸੂਬਿਆਂ ਦੇ ਇਲੈਕਸ਼ਨ ਕਰਾ ਕੇ ਇਲੈਕਸ਼ਨ 'ਚ ਜਾਣਾ, ਆਮ ਇਲੈਕਸ਼ਨ 'ਚ ਜਾਂ ਨਹੀਂ ਜਾਣਾ। ਸੁਨੇਹੇ ਬੜੇ ਟੇਢੇ ਲੱਗਦੇ ਆ। ਇਹਦਾ ਮਤਲਬ ਹੁੰਦਾ ਕਿ ਜੇ ਕੋਈ ਵੀ ਹਾਰਨ ਤੋਂ ਬਾਅਦ ਤੁਸੀਂ ਅਗਲੀ ਜਿੱਤ ਲਈ ਤਾਂਘ ਦਿਓ ਤਾਂ ਤੁਹਾਡੇ ਸੰਭਾਵਨਾਵਾਂ ਘਟ ਜਾਂਦੀਆਂ। ਕੀ ਇਲੈਕਸ਼ਨ 5 ਸੂਬਿਆਂ ਦੀ ਇਲੈਕਸ਼ਨ ਦੇ ਨਾਲ ਹੀ ਹੋ ਜਾਏਗੀ ਲੋਕ ਸਭਾ ਦੀ? ਹੁਣ ਇਹ ਸਵਾਲ ਅੱਗੇ ਨਾਲੋਂ ਜ਼ਿਆਦਾ ਸ਼ਿੱਦਤ ਨਾਲ ਪੁੱਛਿਆ ਜਾਊਗਾ। ਔਰ ਕੀ 5 ਸੂਬਿਆਂ ਦੀਆਂ ਚੋਣਾਂ ਥੋੜ੍ਹੀਆਂ ਜਿਹੀਆਂ ਅੱਗੇ ਵਧਾ ਕੇ ਤੇ ਲੋਕ ਸਭਾ ਦੀਆਂ ਚੋਣਾਂ ਥੋੜ੍ਹੀਆਂ ਪਿਛਾਂਹ ਲਿਆ ਕੇ, ਕਿਉਂਕਿ 6 ਮਹੀਨੇ 'ਚ ਤੁਸੀਂ ਕੁਝ ਵੀ ਅੱਗੇ ਪਿੱਛੇ ਕਰਨ ਦੀ ਸਮਰੱਥਾ ਅੱਗੇ ਤਾਂ ਕੀਤੀਆਂ ਨਹੀਂ ਜਾ ਸਕਦੀਆਂ ਹੁੰਦੀਆਂ, ਆਮ ਤੌਰ ਤੇ ਮੰਨਿਆ ਜਾਂਦਾ ਹੈ। ਉਹਦੇ ਲਈ ਵੀ ਇੱਕ ਸੰਵਿਧਾਨਕ ਸੋਚ ਚਾਹੀਦੀ ਹੋਊਗੀ। ਸੂਬਿਆਂ ਦੀਆਂ ਕੀ ਅੱਗੇ ਵਧਾਉਣ ਲਈ ਵੀ ਸੰਵਿਧਾਨਕ ਸੋਚ ਚਾਹੀਦੀ ਹੋਊਗੀ। ਇਹ ਥੋੜਾ ਪੜ੍ਹਨ ਦੀ ਲੋੜ ਆ, ਕਿਉਂਕਿ ਸਵਾਲ ਹੁਣੇ ਪੈਦਾ ਹੋਇਆ ਇਹਦੇ ਉੱਤੇ। ਹਾਂ ਭਾਸਕਰ ਸਾਹਿਬ, ਇੱਕ ਗੱਲ ਕਰਨੀ ਆਪਾਂ ਭੁੱਲ ਗਏ। ਆਪਾਂ ਕੱਲ ਪਰਸੋਂ ਇੱਕ ਖਬਰ ਡਿਸਕਸ ਕੀਤੀ ਸੀ ਕਿ ਫਰੀਦਕੋਟ ਦੇ ਡੀਸੀ ਵਿਨੀਤ ਕੁਮਾਰ ਉਹਨਾਂ ਨੇ 3 ਲਾਈਨ ਦਾ ਆਰਡਰ ਕੱਢਿਆ ਕਿ ਵੀ ਜੀਨ ਟੀ-ਸ਼ਰਟ ਨਹੀਂ ਪਾ ਕੇ ਆਣੀ, ਔਰ ਇੱਕ ਵੱਡੀ ਅਖਬਾਰ ਦੇ ਵਿੱਚ ਖਬਰ ਲੱਗੀ ਸੀ ਜਿਨ੍ਹਾਂ ਨੇ ਇਹ ਆਰਡਰ ਕੱਢਿਆ ਸੀ ਉਹ ਆਪ ਉਸ ਦਿਨ ਜੀਨ ਟੀ-ਸ਼ਰਟ ਦੇ ਵਿੱਚ ਮੀਟਿੰਗਾਂ ਦੇ ਵਿੱਚ ਫਿਰਦੇ ਸੀਗੇ। ਇਹਦੇ ਉੱਤੇ ਇੱਕ ਸਪਸ਼ਟੀਕਰਨ ਆਇਆ ਉਸ ਜ਼ਿਲ੍ਹੇ ਤੋਂ ਹੀ, ਔਰ ਕੁਝ ਅਫਸਰਾਂ ਨੇ ਫੋਨ ਕਰਕੇ ਕਿਹਾ ਜਨਾਬ ਅਸੀਂ ਤੇ ਸ਼ਾਮ ਨੂੰ ਇਹ ਆਰਡਰ ਕੱਢੇ ਸੀਗੇ ਤੇ ਜਿਹੜੀ ਜੀਨ ਪਾਉਣ ਵਾਲੀ ਗੱਲ ਸਾਡੀ ਹੈਗੀ ਹੈ ਨਾ ਉਹ ਸਵੇਰ ਦੀ ਮੀਟਿੰਗ ਦੇ ਵਿੱਚ ਸੀਗੀ। ਯਾਨੀ ਆਰਡਰ ਕੱਢਣ ਤੋਂ ਬਾਅਦ ਆਪਾਂ ਇੱਕ ਵਾਰ ਵੀ ਜੀਨ ਨਹੀਂ ਪਾਈ। ਹੁਣ ਦੱਸੋ ਤੁਸੀਂ ਜੀਨ ਆਪਾਂ ਦਫ਼ਤਰ ਦੇ ਵਿੱਚ ਲਾ ਕੇ ਹੁਣ ਕਿਸ ਤਰੀਕੇ ਨਾਲ ਚੇਂਜ ਕਰਦੇ? ਇਹ ਇੱਕ ਮੁਸੀਬਤ ਸੀਗੀ। ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਔਰ ਸਾਨੂੰ ਰਿਕੁਐਸਟ ਕੀਤੀ ਹੈ ਕਿ ਅਸੀਂ ਵੀ ਇਸ ਸਪਸ਼ਟੀਕਰਨ ਨੂੰ ਅੱਗੇ ਤੋਰ ਦਈਏ। ਹਾਂ, ਉਹਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਅਸੀਂ ਇਸ ਆਰਡਰ ਦੀ ਪਾਲਣਾ ਕਰਾਂਗੇ ਤੇ ਜੀਨ ਨੂੰ ਹੁਣ ਇੱਕ ਟਰੰਕ 'ਚ ਬੰਦ ਕਰਕੇ ਲੌਕ ਕਰਕੇ ਰੱਖਤਾ ਹੈ ਕਿ ਜਦ ਤੱਕ ਇਹ ਆਰਡਰ ਰਹਿਣਗੇ ਤਦ ਤੱਕ ਆਪਾਂ ਜੀਨ ਜਾਂ ਟੀ-ਸ਼ਰਟ ਨਹੀਂ ਪਾਵਾਂਗੇ ਦਫ਼ਤਰ ਦੇ ਵਿੱਚ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।